ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਬੁੱਕ ਰੈਕ ਟਾਕ 11 ਚ ਮੈਂ ਨਵਜੋਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਬੁੱਕ ਰੈਕ ਦੇ ਵਿੱਚ ਅੱਜ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਗੁਰਪੁਰਬ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਪੈਸ਼ਲ ਐਡੀਸ਼ਨ ਗੁਰੂ ਨਾਨਕ ਤੇ ਲਿਖੀ ਹੋਈ ਬੁੱਕ ਹੈ ਇੱਕ ਮੇਰੇ ਬੁੱਕ ਰੈਕ ਚ ਵਾਕਿੰਗ ਵਿਦ ਨਾਨਕ, ਜਿਹੜੀ ਕਿ ਲਿਖੀ ਹੈ ਪਾਕਿਸਤਾਨ ਦੇ ਰਾਈਟਰ ਹरून ਖਾਲਿਦ ਜੀ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਇਸ ਸਪੈਸ਼ਲ ਬੁੱਕ ਰੈਕ ਐਡੀਸ਼ਨ ਦੇ ਵਿੱਚ ਸਾਡੇ ਨਾਲ ਹरून ਖਾਲਿਦ ਜੀ ਸਪੈਸ਼ਲੀ ਪਾਕਿਸਤਾਨ ਤੋਂ ਲਾਹੌਰ ਤੋਂ ਸਾਡੇ ਨਾਲ ਲਾਈਵ ਆ ਰਹੇ ਹਨ ਅਤੇ ਉਹ ਗੁਰੂ ਨਾਨਕ ਅਤੇ ਆਪਣੀ ਕਿਤਾਬ ਦੇ ਬਾਰੇ ਜ਼ਿਕਰ ਕਰਨਗੇ। ਹरून ਖਾਲਿਦ ਜੀ ਦੀ ਇਹ ਕਿਤਾਬ ਬਹੁਤ ਵਧੀਆ ਲਿਖੀ ਹੋਈ ਵਨ ਆਫ ਦਾ ਬੈਸਟ ਸੈਲਰ ਹੈ, ਜਿਹਦੇ ਵਿੱਚ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਨਾਲ ਰਿਲੇਟਡ ਜਿਹੜੇ ਪਲੇਸਿਸ ਹਨ, ਜਿਹੜੇ ਗੁਰੂ ਨਾਨਕ ਨੇ ਵਿਜ਼ਿਟ ਕੀਤੇ ਸੀ, ਉਹਦਾ ਇੱਕ ਟਰੈਵਲੌਗ ਕਮ ਇੰਟਰੋ ਹੈ ਔਰ ਇਹ ਕਿਤਾਬ ਜਿਹੜੀ ਹੈ ਪੜ੍ਹਨ ਯੋਗ ਹੈ। मेरे दर्शकों, मैं दसना चाहूँगा कि हरून खालिद जड़े ने ये पाकिस्तान के एक रिनाउंड जर्नलिस्ट ने और शायद पहली शख्सियत है पाकिस्तान की जिन्होंने पाकिस्तान वर्गे मुल्क के जोड़े उत्थे दी माइनॉरिटीज़ के जोड़े रिलीजीअस प्लेसिस ने उन्होंने जोड़े रिलीजीअस हित ने जुड़े हुए उन्होंने लैके एक रिसर्च की है और असी बहुत इस गल के उत्ते सानू ऐसा खुशी महसूस हो रही है कि अज वो साडे नाल हुणे कुछ समय बाद रिव्यू होणगे और असी उन्होंने गल्लां सांझियां करांगे बाबा नानक दियां। इतफाक है कि 3 नवंबर को असी गुरु नानक साहब का प्रकाश पुरब भी मनाने जा रहे हैं और गुरु नानक साहब जिवें कि सानू सब नूं पता है कि एक स्पिरिचुअली जिहड़े है पूरी दुनिया के लीडर के तौर के उत्ते इस्टैबलिश होए सी। तो गुरु नानक साहब की जिहड़ी फिलोसफी है एक पिता एक अस्के मुबारक सरबत का भला ऐसी पूरी दुनिया नूं उन्होंने एक दिशा दिखाई सी। तो एक नवा नवजोत जी जिहड़ा अपनी रिसर्च के विच जिहड़ा हरून खालिद ने एक जी चीज़ सामने लियांदी है, तुसीं उहदा गां जिक्र जरूर करना कि जिहदे विच उन्होंने ये कहा भी जिहड़ी कंट्रोवर्सी बहुत समय तो साडे हिंदुस्तान भी चलती आ रही है, गुरु नानक साहब के संस्कृत के ज्ञान होने के उपर गल उठी सी, एक सैक्ट उठाई गई सी जिहड़ी ऑन रिकॉर्ड है। तो ਉਹਦੀ ਰਿਸਰਚ ਨੇ ਇਹ ਵੀ ਦੱਸਿਆ ਕਿ ਗੁਰੂ ਨਾਨਕ ਸਾਹਿਬ ਸੰਸਕ੍ਰਿਤ ਦੇ ਜਾਣਦੇ ਸੀ, ਹੋਰ ਭਾਸ਼ਾ ਵੀ ਜਾਣਦੇ ਸੀ, ਲੇਕਿਨ ਉਹਨਾਂ ਨੇ ਮਾਸਸ ਦੀ ਭਾਸ਼ਾ ਨੂੰ ਅਪਣਾ ਕੇ ਇਸ ਨੂੰ ਸਰਲਤਾ ਨਾਲ ਸਮਝਾਉਣਾ ਸੀ। ਔਰ ਤੇ ਲਓ ਅਸੀਂ ਤੁਹਾਨੂੰ ਰੂਬਰੂ ਕਰਾਉਨੇ ਆ ਹरून ਖਾਲਿਦ ਪਾਕਿਸਤਾਨ ਲਾਹੌਰ ਮੌਜੂਦ ਨੇ ਜਿਨ੍ਹਾਂ ਨੇ ਪਾਕਿਸਤਾਨ ਤੋਂ ਨੇ ਹरून ਖਾਲਿਦ ਜੀ। ਅਸੀਂ ਉਹਨਾਂ ਦਾ ਬਹੁਤ ਬਹੁਤ ਵੈਲਕਮ ਕਰਦੇ ਹਾਂ ਆਪਣੇ ਬੁੱਕ ਰੈਕ ਪ੍ਰੋਗਰਾਮ 'ਚ। ਮੇਰੇ ਨਾਲ ਮੌਜੂਦ ਨੇ ਜਾਗਦਾ ਪੰਜਾਬ ਦੇ ਕਨਵੀਨਰ ਅਤੇ ਮੈਟਰੋ ਕਾਊਂਟਰ ਅਖਬਾਰ ਦੇ ਸੰਪਾਦਕ ਸ਼੍ਰੀ ਵਿਕੇਸ਼ ਸ਼ਾਂਤੀ ਦੂਤ ਜੀ। ਉਹਨਾਂ ਦਾ ਵੀ ਇਸ ਬੁੱਕ ਰੈਕ ਚੈਟ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਹरून ਖਾਲਿਦ ਜੀ, ਸਭ ਤੋਂ ਪਹਿਲੇ ਤੁਹਾਨੂੰ ਸਤਿ ਸ੍ਰੀ ਅਕਾਲ, ਨਮਸਕਾਰ ਔਰ ਵੈਲਕਮ ਸਾਡੇ ਇਸ ਬੁੱਕ ਰੈਕ ਪ੍ਰੋਗਰਾਮ 'ਚ। ਸਤਿ ਸ੍ਰੀ ਅਕਾਲ ਸਰ। ਸਰ, ਸਭ ਤੋਂ ਪਹਿਲੇ ਤੁਹਾਨੂੰ ਗੁਰਪੁਰਬ ਦੀ ਵਧਾਈ ਹੋਏ, ਜਿਹੜਾ ਕਿ 30 ਤਰੀਕ ਨੂੰ ਗੁਰਪੁਰਬ ਆ ਰਿਹਾ ਗੁਰੂ ਨਾਨਕ ਦੇਵ ਜੀ ਦਾ। ਔਰ ਸਾਨੂੰ ਬੜੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਹਿੰਦੁਸਤਾਨ ਦਾ ਪੰਜਾਬ ਔਰ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਆਪਸ 'ਚ ਇੱਕ ਗੱਲਬਾਤ ਚੱਲ ਰਹੀ ਹੈ। ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਇੱਕ ਕੋਸ਼ਿਸ਼ ਹੈ ਮੇਰੀ ਤੇ ਸ਼ਾਂਤੀ ਦੂਤ ਜੀ ਕਿ ਪੰਜਾਬੀਅਤ ਇਕੱਠੀ ਹੋਣੀ ਚਾਹੀਦੀ, ਪੰਜਾਬ ਇਕੱਠਾ ਹੋਣਾ ਚਾਹੀਦਾ। ਮੈਂ ਬਹੁਤੀ ਗੱਲਾਂ ਨਾ ਕਰੇ ਤੁਹਾਨੂੰ ਤੁਹਾਡੇ ਕੋਲੇ ਪੁੱਛਣਾ ਚਾਹਾਂਗਾ ਸਟਾਰਟਿੰਗ ਦੇ ਵਿੱਚ ਕਿ ਤੁਹਾਨੂੰ ਸਾਡਾ ਇਨਵੀਟੇਸ਼ਨ ਜਦੋਂ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਨਾਲ ਲੱਗਿਆ? ਸਰ ਬੜੀ ਖੁਸ਼ੀ ਹੋਈ ਗੁਰਪੁਰਬ ਤੇ ਇਸ ਜਿਹੜਾ ਹੈ ਮੁਬਾਰਕ ਮੌਕੇ ਤੇ ਤੁਹਾਨੂੰ ਤੁਸੀਂ ਮੈਨੂੰ ਇੱਕ ਓਪਰਚੁਨਿਟੀ ਦਿੱਤੀ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਬਾਰੇ 'ਚ ਗੱਲ ਕਰਾਂ ਤੇ ਤੁਹਾਡੇ ਨਾਲ ਗੱਲਬਾਤ ਹੋਏ ਤੇ ਬੜੀ ਖੁਸ਼ੀ ਹੋਈ, ਬੜਾ ਚੰਗਾ ਲੱਗਿਆ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਤੁਸੀਂ ਮੈਨੂੰ ਬੁਲਾਇਆ, ਮੇਰੇ ਲਈ ਵਾਸਤੇ ਇੱਕ ਆਨਰ ਹੈ। ਰਾਈਟ ਸਰ, ਸਾਡੇ ਲਈ ਵੀ ਆਨਰ ਦੀ ਗੱਲ ਹੈ। ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ। ਤੁਸੀਂ ਆਪਣੇ ਕਿਤਾਬ ਦੇ ਵਿੱਚ ਲਿਖਿਆ ਸੀ ਕਿ ਜਿਹੜੇ ਤੁਹਾਡੇ ਮੈਂਟਰ ਨੇ ਇਕਬਾਲ ਕਾਜ਼ਰ, ਉਹਨਾਂ ਦੇ ਇੰਸਪੀਰੇਸ਼ਨ ਦੇ ਨਾਲ ਤੁਹਾਨੂੰ ਗੁਰੂ ਨਾਨਕ ਦੇ ਬਾਰੇ, ਤੁਹਾਡੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਦਿਲਚਸਪੀ ਕਿੱਦਾਂ ਪੈਦਾ ਹੋਈ ਤੇ ਕਿਸ ਤਰ੍ਹਾਂ ਤੁਸੀਂ ਇਹ ਸੋਚਿਆ ਕਿ ਮੈਂ ਉਹਨਾਂ ਉੱਪਰ ਇੱਕ ਬੁੱਕ ਲਿਖਾਂ ਜਿਹੜੀ ਕਿ ਇੱਕ ਵਨ ਆਫ ਦੀ ਬੈਸਟ ਸੈਲਰ ਹੈ। ਔਰ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਘੱਟੋ ਘੱਟ ਅਸੀਂ 15 ਜਾਂ 20 ਬੰਦਿਆਂ ਨੂੰ ਇਹ ਤੁਹਾਡੀ ਜਿਹੜੀ ਬੁੱਕ ਹੈ ਐਜ਼ ਗਿਫਟ ਵੀ ਦੇ ਚੁੱਕੇ ਹਾਂ। ਸੋ ਤੁਹਾਡਾ ਗੁਰੂ ਨਾਨਕ ਦੇਵ ਜੀ ਵਿੱਚ ਆਈਡੀਆ ਕਿੱਦਾਂ ਆਇਆ, ਥੋੜਾ ਸਾਨੂੰ ਇਹ 'ਚ ਬਰੀਫ। ਸਰ ਪਹਿਲੇ ਤਾਂ ਥੈਂਕ ਯੂ, ਤੁਸੀਂ ਮੇਰੀ ਕਿਤਾਬ ਨੂੰ ਇੰਨਾ ਪ੍ਰਮੋਟ ਕੀਤਾ। ਤੇ ਜਿਹੜਾ ਕਿਤਾਬ ਦਾ ਸਰ ਆਈਡੀਆ ਸੀ, ਉਹ ਆਈਡੀਆ ਇਹ ਸੀ ਕਿ ਤੁਸੀਂ ਅਗਰ ਪੰਜਾਬ 'ਚ ਪੈਦਾ ਹੁੰਦੇ ਹੋ, ਅਗਰ ਤੁਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋ
ਤੁਸੀਂ ਫਿਰ ਗੁਰੂ ਨਾਨਕ ਨੂੰ ਇਗਨੋਰ ਨਹੀਂ ਕਰ ਸਕਦੇ। ਅਨਫੋਰਚੂਨੇਟਲੀ ਹੁੰਦਾ ਇਹ ਹੈ ਕਿ ਪਾਕਿਸਤਾਨ ਜਿਹੜਾ ਪੰਜਾਬ ਹੈ, ਲਹਿੰਦਾ ਜਿਹੜਾ ਪੰਜਾਬ ਹੈ, ਉੱਥੇ ਕਰਤਾਰਪੁਰ ਤੋਂ ਪਹਿਲੇ, ਆਫ ਕੋਰਸ ਮੈਂ ਗੱਲ ਕਰ ਰਿਹਾ ਅੱਜ ਤੋਂ 10-15 ਸਾਲ ਪਹਿਲੇ ਪੁਰਾਣੀ ਗੱਲ ਹੈ, ਉਸ ਟਾਈਮ ਇੰਨੀ ਗੁਰੂ ਨਾਨਕ ਦੇ ਬਾਰੇ 'ਚ ਕੋਈ ਗੱਲ ਨਹੀਂ ਹੋ ਰਹੀ ਸੀ, ਕੋਈ ਪਤਾ ਹੀ ਨਹੀਂ ਸੀ ਕਿਸੇ ਨੂੰ ਕਿ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਕੀ ਹੈ, ਤਾਰੀਖ ਕੀ ਹੈ, ਫਿਲਾਸਫੀ ਕੀ ਹੈ। ਥੋੜ੍ਹਾ ਬਹੁਤ ਇੱਕ ਆਈਡੀਆ ਹੁੰਦਾ ਹੈ ਜੀ, ਉਹਨਾਂ ਨੇ ਸਿੱਖ ਧਰਮ ਨੂੰ ਜਿਹੜਾ ਹੈ, ਉਹਨਾਂ ਦੇ ਫਾਊਂਡਰ ਸਨ, ਤੇ ਨਨਕਾਣਾ ਸਾਹਿਬ ਦਾ ਥੋੜ੍ਹਾ ਬਹੁਤ ਲੋਕਾਂ ਨੂੰ ਪਤਾ ਸੀ। ਤੇ ਮੇਰਾ ਬਹੁਤ ਇੱਕ ਕਿਉਰਿਓਸਿਟੀ ਸੀ ਕਿ ਤੁਸੀਂ ਇੰਨਾ ਇੱਕ ਇੰਪੋਰਟੈਂਟ ਫਿਗਰ ਹੈ ਪੰਜਾਬ ਦੀ ਤਾਰੀਖ ਦਾ, ਤੇ ਅਸੀਂ ਉਹਦੇ ਬਾਰੇ ਗੱਲ ਕਿਉਂ ਨਹੀਂ ਕਰ ਸਕਦੇ, ਕਿਉਂ ਨਹੀਂ ਕਰਦੇ ਪੰਜਾਬ 'ਚ। ਤੇ ਜਿਹੜੀ ਇਹ ਕਿਤਾਬ ਸੀ, ਬੇਸਿਕਲੀ ਇਹ ਕਿਤਾਬ ਮੈਂ ਲਿਖਣ ਤੋਂ ਪਹਿਲੇ ਬੇਸਿਕਲੀ ਮੈਂ ਸਰਚ ਕਰ ਰਿਹਾ ਸੀ ਕਿ ਮੈਨੂੰ ਇਸ ਤਰ੍ਹਾਂ ਦੀ ਕੋਈ ਕਿਤਾਬ ਮਿਲੇ ਗੁਰੂ ਨਾਨਕ ਦੇਵ ਜੀ ਦੇ ਉੱਤੇ, ਜਿਹੜੀ ਉਹਨਾਂ ਦੀ ਤਾਰੀਖ, ਉਹਨਾਂ ਦੀ ਫਿਲਾਸਫੀ ਦੇ ਬਾਰੇ 'ਚ ਦੱਸੇ, ਉਹਨਾਂ ਦੀ ਜਿਹੜੀ ਸ਼ਬਦ ਨੇ ਉਹਨਾਂ ਦੇ ਬਾਰੇ 'ਚ ਦੱਸੇ, ਤੇ ਬਾਕੀ ਸਾਨੂੰ ਹੋਰ ਵੀ ਦੱਸੇ ਕਿ ਸਿੱਖ ਧਰਮ ਜਿਹੜਾ ਹੈ ਉਹ ਕਿਸ ਤਰ੍ਹਾਂ ਇਵੋਲਵ ਹੋਇਆ, ਕਿਸ ਤਰ੍ਹਾਂ ਉਹ ਡਿਵੈਲਪ ਹੋਇਆ ਗੁਰੂ ਨਾਨਕ ਦੀ ਫਿਲਾਸਫੀ ਤੋਂ। ਤੇ ਬੇਸਿਕਲੀ ਮੇਰੀ ਜਿਹੜੀ ਕੁਐਸਟ ਸੀ ਇਸ ਕਿਤਾਬ ਲਿਖਣ ਦੇ ਪਿੱਛੇ ਉਹ ਇਹ ਸੀ ਕਿ ਮੈਂ ਇਸ ਤਰ੍ਹਾਂ ਦੀ ਕਿਤਾਬ ਖੁਦ ਜਿਹੜਾ ਸੀ ਮੈਂ ਪੜ੍ਹਨਾ ਚਾਹੁੰਦਾ ਸੀ, ਤੇ ਉਸ ਤਰ੍ਹਾਂ ਦੀ ਕਿਤਾਬ ਕੋਈ ਸੀ ਨਹੀਂ ਸੀ। ਮੈਂ ਇਸ ਵਾਸਤੇ ਫਿਰ ਮੈਂ ਇੱਕ ਜਿਹੜਾ ਹੈ ਉਹ ਹੋਰ ਐਕਸਪਲੋਰ ਕਰਨਾ ਸ਼ੁਰੂ ਕੀਤਾ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਉੱਤੇ, ਉਹਨਾਂ ਦੀ ਜਿਹੜੀ ਫਿਜ਼ੀਕਲ ਰੈਮਨੈਂਟਸ ਹਨ, ਜਿਹੜੀ ਫਿਜ਼ੀਕਲ ਟ੍ਰੈਡੀਸ਼ਨਸ ਹਨ ਗੁਰਦੁਆਰੇ ਮੁਖਤਲਿਫ ਜਿਹੜੇ ਪਾਕਿਸਤਾਨ 'ਚ ਅੱਜ ਵੀ ਹਨ, ਉੱਥੇ ਟਰੈਵਲ ਕੀਤਾ। ਤੇ ਬਾਕੀ ਫਿਰ ਜਿਹੜੀ ਸਿੱਖ ਗੁਰੂ ਨਾਨਕ ਦੇਵ ਜੀ ਦੇ ਬਾਅਦ ਜਿਹੜੀ ਸਿੱਖ ਗੁਰੂਆਂ ਦੀ ਤਾਰੀਖ ਹੈ ਤੇ ਮੁਗਲ ਸਿੱਖ ਜਿਹੜੀ ਕੌਨਫਲਿਕਟ ਹੈ ਉਹਨੂੰ ਸਟੱਡੀ ਕੀਤਾ, ਤੇ ਪੂਰੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਜਿਹੜਾ ਹੈ ਗੁਰੂ ਨਾਨਕ ਜੀ ਦੇਵ ਜੀ ਦੀ ਮੂਵਮੈਂਟ ਜਿਹੜੀ ਹੈ ਸਿੱਖ ਰਿਲੀਜਨ ਕਿਵੇਂ ਉਸ ਤੋਂ ਇਵੋਲਵ ਹੁੰਦਾ ਹੈ। ਤੇ ਮੇਰੀ ਆਪਣੀ ਇੱਕ ਲਰਨਿੰਗ ਪ੍ਰੋਸੈਸ ਆ, ਮੈਂ ਕਿਸੇ ਨੂੰ ਮੈਂ ਸਿਖਾਉਣਾ ਨਹੀਂ ਚਾਹ ਰਿਹਾ ਸੀ, ਮੈਂ ਖੁਦ ਬਲਕਿ ਇੱਕ ਲਰਨ ਕਰਨਾ ਚਾਹ ਰਿਹਾ ਸਾਂ ਇੱਕ ਪ੍ਰੋਸੈਸ ਦੇ ਨਾਲ। ਬਹੁਤ ਅੱਛੀ ਗੱਲ ਹੈ ਜੀ। ਮੇਰੇ ਨਾਲ ਮੈਂ ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਰਕੇਸ਼ ਸ਼ਾਂਤੀ ਜੀ ਮੌਜੂਦ ਨੇ, ਇੱਕ ਅੱਧਾ ਕੁਐਸਚਨ ਪੁੱਛਣਾ ਚਾਹਣਗੇ, ਮੇਰੇ ਨਾਲ ਨੇ। ਮੈਂ ਓਵਰ ਟੂ ਸ਼ਾਂਤੀ। ਖਾਲਿਦ ਸਾਹਿਬ ਤੁਹਾਡਾ ਸਵਾਗਤ ਹੈ, ਬਹੁਤ ਬਹੁਤ ਖੁਸ਼ਾਮਦੀਦ ਕਹਿੰਦੇ ਆ ਤੁਹਾਨੂੰ। ਥੈਂਕ ਯੂ ਸਰ। ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਹਾਰੂਨ ਖਾਲਿਦ ਜਿਹੜੇ ਨੇ ਉਹ ਇੱਕ ਐਸੇ ਜਰਨਲਿਸਟ ਨੇ ਜਿਨ੍ਹਾਂ ਨੇ ਪਾਕਿਸਤਾਨ ਦੇ ਅੰਦਰ ਜਿਹੜੀਆਂ ਮਿਨੋਰਿਟੀਜ਼ ਦੇ ਜਿਹੜੇ ਧਰਮ ਨੇ ਜਾਂ ਮਿਨੋਰਿਟੀਜ਼ ਦੀਆਂ ਜਿਹੜੀਆਂ ਉੱਥੇ ਦੀਆਂ, ਆਮ ਤੌਰ ਤੇ ਅਸੀਂ ਇਹ ਸੁਣਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਸ ਵੇਲੇ ਸਾਨੂੰ ਆਮ ਤੌਰ ਤੇ ਜਿਹੜੀਆਂ ਖਬਰਾਂ ਛਪਦੀਆਂ ਨੇ ਤੇ ਮਿਨੋਰਿਟੀਜ਼ ਨੂੰ ਲੈ ਕੇ ਬਹੁਤ ਸਾਰੇ ਖਦਸ਼ੇ ਪ੍ਰਗਟ ਕੀਤੇ ਜਾਂਦੇ ਆ। ਹਾਲੇ ਗੱਲ ਉਹਨਾਂ ਖਬਰਾਂ ਤੇ ਅਸੀਂ ਪੂਰੀ ਤਰ੍ਹਾਂ ਟਰਸਟ ਨਹੀਂ ਕਰ ਸਕਦੇ ਹੁੰਦੇ, ਕਿਉਂਕਿ ਡਿਫਰੈਂਟ ਕਿਸਮ ਦੇ ਉਹ ਚੈਨਲਸ ਤੋਂ ਆਉਂਦੀਆਂ ਨੇ। ਤਾਂ ਪਰ ਇੱਕ ਜਿਹੜਾ ਇੱਥੇ ਹਿੰਦੁਸਤਾਨ ਦੇ ਅੰਦਰ, ਭਾਰਤ ਦੇ ਅੰਦਰ ਕਹਿ ਲਓ ਜਾਂ ਖਾਸ ਤੌਰ ਤੇ ਪੰਜਾਬ ਦੇ ਅੰਦਰ ਕਹਿ ਲਓ, ਉਹ ਇੱਕ ਗੱਲ ਚੱਲ ਰਹੀ ਹੈ ਕਿ ਮਿਨੋਰਿਟੀਜ਼ ਦੀ, ਜਿੱਦਾਂ ਮੈਂ ਜ਼ਿਕਰ ਕੀਤਾ, ਤਾਂ ਉਹਦੇ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਹਾਰੂਨ ਖਾਲਿਦ ਦੀ ਕਿਤਾਬ ਆਉਂਦੀ ਹੈ ਇਸ ਕਿਸਮ ਦੀ, ਔਰ ਜਦੋਂ ਉਹਦੇ ਬਾਰੇ ਜਾਣਕਾਰੀ ਸਾਨੂੰ ਮਿਲਦੀ ਹੈ ਕਿ ਉਹ ਮਿਨੋਰਿਟੀਜ਼ ਦੇ ਰਿਲੀਜਨਸ ਦੇ ਉੱਪਰ ਕੰਮ ਕਰ ਰਹੇ ਨੇ, ਤੇ ਤੁਸੀਂ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਤੁਸੀਂ ਸ਼ਿਵਾ ਬਾਰੇ ਵੀ ਜਿਹੜੀ ਉਹ ਕਿਤਾਬ ਲਿਖੀ, ਤਾਂ ਮੈਂ ਜਾਣਨਾ ਚਾਹੂੰਗਾ ਵੀ ਤੁਹਾਡਾ ਮੈਂ ਤੁਹਾਡੇ ਨਾ ਜਦੋਂ ਇਸੇ ਬੁੱਕ ਦਾ ਇੱਕ ਰਿਵਿਊ ਪੜ੍ਹ ਰਿਹਾ ਸੀ ਤਾਂ ਤੁਸੀਂ ਉਹਦੇ 'ਚ ਲਿਖਿਆ ਕਿ ਜਿਸ ਵੇਲੇ ਤੁਸੀਂ ਆਪਣੇ ਸ਼ਰੀਕੇ ਹਯਾਤ ਦੇ ਨਾਲ ਦਿੱਲੀ 'ਚ ਤੁਸੀਂ ਇੱਕ ਬੁੱਕ ਸਟੋਰ ਤੇ ਸ਼ਾਇਦ ਖੜੇ ਸੀ, ਤਾਂ ਉੱਥੇ ਤੁਹਾਨੂੰ ਜਿਸ ਵੇਲੇ ਇੱਕ ਵਿਅਕਤੀ ਐਂਟਰ ਹੋਇਆ ਤਾਂ ਉਹਨਾਂ ਨੇ ਤੁਹਾਡਾ ਤਾਰੁਫ ਕਰਾਇਆ ਉਹਨਾਂ ਦੇ ਨਾਲ ਵੀ ਇਹ ਜਰਨਲਿਸਟ ਨੇ, ਰਾਈਟਰ ਨੇ, ਪਾਕਿਸਤਾਨ ਤੋਂ ਆਏ ਨੇ, ਤਾਂ ਤੁਸੀਂ ਕੁਝ ਐਸਾ ਜ਼ਿਕਰ ਕੀਤਾ ਬਈ ਉੱਥੇ ਜ਼ਿਆਦਾ ਜਿਹੜਾ ਸਿਸਟਮ ਹੈਗਾ ਉਹ ਬਹੁਤ ਸਾਰਾ ਲਿਟਰੇਚਰ ਜਿਹੜਾ ਕਿਤਾਬ ਹੈ ਉਹ ਟੈਰਰਿਜ਼ਮ ਦੇ ਉੱਪਰ ਜਾਂ ਇਸ ਕਿਸਮ ਦੀਆਂ ਆਈਆਂ, ਔਰ ਤੁਸੀਂ ਵੀ ਜ਼ਿਕਰ ਕੀਤਾ ਵੀ ਅੰਗਰੇਜ਼ੀ ਦਾ ਜਦੋਂ ਦਾ ਫਲੋ ਬਣਿਆ ਹੈ ਪਾਕਿਸਤਾਨ ਦੇ ਅੰਦਰ ਲਿਖਣ ਦਾ, ਤੇ ਇਸੇ ਕਿਸਮ ਦਾ ਲਿਟਰੇਚਰ ਜ਼ਿਆਦਾ ਆਉਂਦਾ। ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਜਿਹੜੇ ਵਿਅਕਤੀ ਨਾਲ ਤੁਹਾਡੀ ਮੁਲਾਕਾਤ ਹੋਈ ਸੀ ਉਹਦਾ ਇੰਟਰਸਟ ਵੀ ਉਸ ਕਿਸਮ ਦੇ ਲਿਟਰੇਚਰ ਸੀ, ਤਾਂ ਸ਼ਾਇਦ ਉਸ ਵੇਲੇ ਮੇਰਾ ਖਿਆਲ ਸ਼ਾਇਦ ਤੁਹਾਡੀ ਇਹ ਪੁਸਤਕ ਉਸ ਵੇਲੇ ਨਹੀਂ ਆਈ ਹੋਏਗੀ, ਇਹ ਜਿਹੜੀ ਵਾਕਿੰਗ ਵਿਦ ਗੁਰੂ ਨਾਨਕ। ਤਾਂ ਤੁਸੀਂ ਇਸ ਮਾਹੌਲ ਦੇ ਵਿੱਚ ਐਡਾ ਵੱਡਾ ਐਫਰਟ ਜਿਹੜਾ ਸਾਨੂੰ ਇੱਕ ਤਰ੍ਹਾਂ ਦਾ ਇੱਥੇ ਰਹਿੰਦਾ ਵੀ ਸ਼ਾਇਦ ਸਾਡਾ ਭਰਮ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਵਿੱਚ ਐਡੀ ਵੱਡੀ ਗੱਲ ਕਰਨੀ ਬੜੀ ਵੱਡੀ ਗੱਲ ਹੈ, ਤੇ ਤੁਸੀਂ ਇਸ ਪਾਸੇ ਜਿਹੜਾ ਐਫਰਟ ਕੀਤਾ ਇਹਦੇ ਮਗਰ ਤੁਹਾਡੀ ਕੀ ਉਹਦੇ ਸੀ? ਸਰ ਥੈਂਕ ਯੂ। ਬੜਾ ਇੱਕ ਤੁਸੀਂ ਬੜਾ ਇੱਕ ਚੰਗਾ ਸਵਾਲ ਪੁੱਛਿਆ ਹੈ, ਬੜਾ ਇੱਕ ਕੰਪਲਿਕੇਟਡ ਜਿਹਾ ਤੇ ਫਿਲਾਸਫੀਕਲ ਸਵਾਲ ਹੈ। ਤੇ ਤੁਸੀਂ ਸਹੀ ਗੱਲ ਕੀਤੀ ਹੈ ਕਿ ਜਿਹੜਾ ਪਾਕਿਸਤਾਨ ਤੇ ਜਿਹੜਾ ਆਮ ਤੌਰ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਕਿ ਜਿਹੜੇ ਆਮ ਤੌਰ 'ਚ ਪਾਕਿਸਤਾਨ ਤੋਂ ਜਿਹੜੇ ਰਾਈਟਰਸ ਆਉਂਦੇ ਨੇ, ਸਪੈਸ਼ਲੀ ਅਗਰ ਤੁਸੀਂ ਉਹਨਾਂ ਨੂੰ ਵੈਸਟ ਵੇਖੋ ਤੇ ਈਵਨ ਇੰਡੀਆ 'ਚ ਵੀ, ਉਹਨਾਂ ਦੀ ਬਾਰੇ 'ਚ ਐਕਸਪੈਕਟੇਸ਼ਨ ਇਹ ਹੁੰਦੀ ਹੈ ਕਿ ਉਹ ਸਿਰਫ ਇਸਲਾਮਿਕ ਐਕਸਟਰੀਮਿਜ਼ਮ ਦੇ ਉੱਤੇ ਗੱਲ ਕਰਨ, ਜਾਂ ਉਹ ਪੋਲਿਟਿਕਸ ਦੇ ਉੱਤੇ ਗੱਲ ਕਰਨ, ਉਹ ਆਰਮੀ ਦੇ ਉੱਤੇ ਗੱਲ ਕਰਨ,
ਤੇ ਮੇਰਾ ਬਿਲਕੁਲ ਇਹ ਤੇ ਉਹਦੇ ਬਾਰੇ 'ਚ ਕੋਈ ਆਫਕੋਰਸ ਜਿਹੜੇ ਆਥਰਸ ਨੇ, ਜਿਹੜੇ ਰਾਈਟਰਸ ਨੇ, ਰਿਸਰਚਰਸ ਨੇ, ਜਿਹੜੇ ਕੰਮ ਕਰਦੇ ਨੇ, ਆਫਕੋਰਸ ਬਹੁਤ ਰਿਸਪੈਕਟ ਹੈ ਉਹਨਾਂ ਦੇ ਵਾਸਤੇ, ਕੋਈ ਇਸ ਤਰ੍ਹਾਂ ਕੋਈ ਇਸ਼ੂ ਨਹੀਂ ਹੈ। ਮੇਰਾ ਆਪਣਾ ਪਰਸਨਲ ਉਹ ਇੰਟਰਸਟ ਨਹੀਂ ਸੀ। ਮੇਰਾ ਆਪਣਾ ਪਰਸਨਲ ਇੰਟਰਸਟ ਸੀ ਕਿ ਮੈਂ ਪਾਕਿਸਤਾਨ ਦੀ ਜਿਹੜੀ ਮਾਈਨੋਰਿਟੀ ਹਿਸਟਰੀ ਹੈ, ਮਾਈਨੋਰਿਟੀ ਕਲਚਰ ਹੈ, ਜਿਹੜੇ ਪਾਕਿਸਤਾਨ ਦਾ ਇੱਕ ਜਿਹੜਾ ਕਨੈਕਸ਼ਨ ਹੈ ਸਿੱਖ ਹਿਸਟਰੀ ਦੇ ਨਾਲ ਤੇ ਹਿੰਦੂ ਹਿਸਟਰੀ ਦੇ ਨਾਲ ਤੇ ਨਾਨ ਮੁਸਲਿਮ ਹਿਸਟਰੀ ਦੇ ਨਾਲ, ਉਹਦੇ ਬਾਰੇ 'ਚ ਗੱਲ ਕਰਾਂ। ਇੱਕ ਤੇ ਦੂਜਾ ਫਿਰ ਇੱਕ ਹੋਰ ਜਿਹੜਾ ਸਵਾਲ ਮੇਰੇ ਤੋਂ ਆਮ ਤੌਰ 'ਤੇ ਬੜਾ ਪੁੱਛਿਆ ਜਾਂਦਾ ਹੈ ਕਿ ਤੁਸੀਂ ਮੁਸਲਮਾਨ ਹੋ ਕੇ, ਤੁਸੀਂ ਮੁਸਲਮਾਨ ਖਾਨਦਾਨ 'ਚ ਪੈਦਾ ਹੋਏ ਹੋ, ਤਾਂ ਤੁਸੀਂ ਫਿਰ ਕਿਉਂ ਗੁਰੂ ਨਾਨਕ ਦੇ ਉੱਤੇ ਕੰਮ ਕਿਉਂ ਕੀਤਾ ਜਾਂ ਸ਼ਬਦ ਦੇ ਉੱਤੇ ਕੰਮ ਕਿਉਂ ਕੀਤਾ? ਤੇ ਮੈਂ ਉਹਦੇ ਬਾਰੇ 'ਚ ਸਵਾਲ ਉਸ ਤਰ੍ਹਾਂ ਮੈਂ ਉਹਨੂੰ ਜਵਾਬ ਇਸ ਤਰ੍ਹਾਂ ਦਿੰਦਾ ਕਿ ਮੈਂ ਸਿੱਖ ਹਿਸਟਰੀ ਨੂੰ ਜਾਂ ਗੁਰੂ ਨਾਨਕ ਦੀ ਹਿਸਟਰੀ ਨੂੰ ਜਾਂ ਈਵਨ ਹਿੰਦੂ ਹਿਸਟਰੀ ਜਿਹੜੀ ਪੰਜਾਬ ਦੀ ਹੈ, ਉਹਨੂੰ ਮੈਂ ਕੋਈ ਅਲੱਗ ਧਰਮ ਦੇ ਤੌਰ 'ਤੇ ਨਹੀਂ ਟਰੀਟ ਕਰਦਾ। ਮੈਂ ਉਹਨੂੰ ਇੱਕ ਪੰਜਾਬ ਦੀ ਤਾਰੀਖ ਦੇ ਤੌਰ 'ਤੇ ਹੀ ਟਰੀਟ ਕਰਦਾ। ਤੇ ਮੈਂ ਅਗਰ ਗੁਰੂ ਨਾਨਕ ਦੇਵ ਜੀ ਦੇ ਉੱਤੇ ਮੈਂ ਅਗਰ ਰਿਸਰਚ ਕਰ ਰਿਹਾ ਹਾਂ ਜਾਂ ਕੰਮ ਕਰ ਰਿਹਾ, ਤਾਂ ਮੈਂ ਉਹ ਆਪਣੀ ਤਾਰੀਖ ਦੇ ਉੱਤੇ ਕੰਮ ਕਰ ਰਿਹਾ। ਮੈਂ ਕਿਸੇ ਸਿੱਖ ਕਮਿਊਨਿਟੀ ਦੇ ਉੱਤੇ ਮੈਂ ਫੇਵਰ ਨਹੀਂ ਕਰ ਰਿਹਾ, ਮੈਂ ਤਾਂ ਆਪਣੇ ਉੱਤੇ ਫੇਵਰ ਕਰ ਰਿਹਾ। ਇਹ ਮੇਰੀ ਆਪਣੀ ਤਾਰੀਖ ਹੈ, ਇਹ ਮੇਰੀ ਆਪਣੀ ਡਿਸਕਵਰੀ ਹੈ, ਮੇਰਾ ਆਪਣਾ ਪ੍ਰੋਸੈਸ ਹੈ। ਤੇ ਇੱਕ ਮੇਰਾ ਇੱਕ ਉਸ ਤਰ੍ਹਾਂ ਇੱਕ ਉਹ ਰਹਿੰਦਾ ਹੈ। ਦੂਜਾ ਜਿਹੜੀ ਤੁਸੀਂ ਗੱਲ ਕੀਤੀ ਪਾਕਿਸਤਾਨ ਦੀ, ਤੇ ਪਾਕਿਸਤਾਨ ਦੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਪਾਕਿਸਤਾਨ ਦਾ ਇੱਕ ਬੜਾ ਇੱਕ ਇੰਡੀਆ 'ਚ ਬੜਾ ਇੱਕ ਸਿੰਪਲਿਸਟਿਕ ਜਿਹਾ ਇੱਕ ਇਮੇਜ ਹੈ। ਆਫਕੋਰਸ ਮੈਂ ਵੀ ਇੰਡੀਅਨ ਮੀਡੀਆ ਫੋਲੋ ਕਰਦਾ ਹਾਂ, ਤੇ ਇੱਕ ਬੜਾ ਸਿੰਪਲ ਜਿਹਾ ਇੱਕ ਹੁੰਦਾ ਹੈ, ਇੱਕ ਫੇਕ ਨਿਊਜ਼ ਹੁੰਦੀ ਹੈ, ਉਹਨੂੰ ਫਿਰ बढ़ा ਚੜ੍ਹਾ ਕੇ ਇੱਕ ਬਹੁਤ ਵੱਡੀ ਨਿਊਜ਼ ਬਣ ਜਾਂਦੀ ਹੈ। ਮੇਰਾ ਬਲਕਿ ਆਪਣਾ ਤਾਲੁਕ ਜਿਹੜਾ ਹੈ ਇੰਡੀਅਨ ਮੀਡੀਆ ਦੇ ਨਾਲ ਰਿਹਾ ਹੈ। ਮੈਂ ਸਕਰੋਲ 'ਚ ਮੈਂ 4-5 ਸਾਲ ਮੈਂ ਲਿਖਿਆ, ਮੈਂ ਹੁਣ ਵੀ ਲਿਖਦਾ ਹਾਂ ਬੜੇ ਮੁਖਤਲਿਫ ਇੰਡੀਅਨ ਚੈਨਲ, ਮੁਖਤਲਿਫ ਬਲੌਗਸ ਤੇ ਵੈਬਸਾਈਟਸ ਦੇ ਨਾਲ। ਤੇ ਆਫਕੋਰਸ ਇੰਡੀਅਨ ਮੀਡੀਆ ਵੀ ਇੱਕ ਸਿੰਪਲ ਜਿਹਾ ਨਹੀਂ ਹੈ, ਬਹੁਤ ਇੱਕ ਡਾਈਵਰਸ ਮੀਡੀਆ ਹੈ। ਤੁਸੀਂ ਵੀ ਕਰ ਰਹੇ ਹੋ ਤੇ ਬਾਕੀ ਹੋਰ ਵੀ ਬਹੁਤ ਚੰਗੇ ਕੰਮ ਵੀ ਹੋ ਰਿਹਾ ਹੈ। ਪਰ ਉਹਦੇ ਬਾਵਜੂਦ ਪਾਕਿਸਤਾਨ ਦਾ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਕਿ ਪਾਕਿਸਤਾਨ ਦਾ ਇੱਕ ਬੜਾ ਸਿੰਪਲਿਸਟਿਕ ਜਿਹਾ ਇੱਕ ਪਰਸੈਪਸ਼ਨ ਹੈ ਇੰਡੀਆ 'ਚ। ਮੇਰਾ ਖਿਆਲ ਹੈ ਕਿ ਪਾਕਿਸਤਾਨ ਥੋੜਾ ਜ਼ਿਆਦਾ ਕੰਪਲਿਕੇਟਡ ਹੈ। ਉੱਥੇ ਆਫਕੋਰਸ ਮੈਂ ਪਿਛਲੇ 10-15 ਸਾਲ ਤੋਂ ਮੈਂ ਇੱਕ ਮਾਈਨੋਰਿਟੀ ਕਲਚਰ ਦੇ ਉੱਤੇ ਕੰਮ ਕੀਤਾ ਹੈ ਤੇ ਬੜਾ ਮੇਨ ਸਟ੍ਰੀਮ ਕੰਮ ਕੀਤਾ ਹੈ। ਇੰਗਲਿਸ਼ 'ਚ ਲਿਖਿਆ ਹੈ, ਪਾਕਿਸਤਾਨੀ ਨਿਊਜ਼ਪੇਪਰ 'ਚ ਲਿਖਿਆ ਹੈ, ਆਪਣੀ ਬੁੱਕ ਲਾਂਚ ਵੀ ਕੀਤੀ ਹੈ। ਤੇ ਮੇਰਾ ਵੀ ਸ਼ਾਇਦ ਇੱਕ ਪਰਸੈਪਸ਼ਨ ਸੀ ਕਿ ਮੈਨੂੰ ਥੋੜਾ ਜਿਹਾ ਇੱਕ ਬੈਕਲੈਸ਼ ਹੋਏਗਾ, ਥੋੜਾ ਜਿਹਾ ਜ਼ਰਾ ਦਿੱਕਤ ਹੋਏਗੀ, ਥੋੜਾ ਕੰਟਰੋਵਰਸੀ ਬਣੇਗੀ। ਪਰ ਸ਼ੁਕਰ ਹੈ ਕਿ ਕੁਝ ਨਹੀਂ ਹੋਇਆ, ਬੜੇ ਆਰਾਮ ਨਾਲ ਬੜੀ ਸਮੂਥਲੀ ਕੰਮ ਹੋ ਗਿਆ। ਤੇ ਇੱਕ ਇਸ ਤਰ੍ਹਾਂ ਦਾ ਕੋਈ ਸ਼ਾਇਦ ਇਸ਼ੂ ਨਹੀਂ ਬਣਿਆ। ਤੇ ਉਹ ਮੇਰਾ ਆਪਣਾ ਵੀ ਜਿਹੜਾ ਪਰਸੈਪਸ਼ਨ ਸੀ ਪਾਕਿਸਤਾਨ ਦੇ ਬਾਰੇ 'ਚ, ਗਵਰਨਮੈਂਟ ਦੇ ਬਾਰੇ 'ਚ, ਥੋੜਾ ਬਹੁਤ ਪ੍ਰੋਸੈਸ ਦੇ ਨਾਲ ਚੇਂਜ ਹੋ ਗਿਆ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਸੋ ਕਿ ਮਾਈਨੋਰਿਟੀਜ਼ ਪਾਕਿਸਤਾਨ 'ਚ, ਬਿਲਕੁਲ ਉਹਦੇ 'ਚ ਕੋਈ ਸ਼ੱਕ ਨਹੀਂ ਕਿ ਮਾਈਨੋਰਿਟੀਜ਼ ਹਮੇਸ਼ਾ ਵਲਨਰੇਬਲ ਹਨ ਤੇ ਰਹੀ ਨੇ ਪਾਕਿਸਤਾਨ 'ਚ। ਹੁਣ ਵੀ ਬਹੁਤ ਵੱਡਾ ਇਸ਼ੂ ਚੱਲ ਰਿਹਾ ਸੀ ਰੀਸੈਂਟਲੀ, ਚਾਈਲਡ ਮੈਰਿਜ ਦਾ, ਫੋਰਸਡ ਕਨਵਰਸ਼ਨ ਦਾ। ਤੇ ਆਫਕੋਰਸ ਉਹ ਰਿਐਲਿਟੀ ਹੈ, ਤੁਸੀਂ ਉਹਨੂੰ ਡਿਨਾਈ ਨਹੀਂ ਕਰ ਸਕਦੇ। ਅਨਫੋਰਚੂਨੇਟਲੀ ਹੁੰਦਾ ਕਿ ਜਦੋਂ ਮੈਂ ਮਾਈਨੋਰਿਟੀਜ਼ ਦੇ ਨਾਲ ਕੰਮ ਕਰ ਰਿਹਾ ਸੀ ਤੇ ਮੈਂ ਉਹਨਾਂ ਦੇ ਨਾਲ ਪਿਛਲੇ ਸਾਲ 2 ਸਾਲ ਮੈਂ ਫਿਰ ਕਨਸਟੈਂਟਲੀ ਉਹਨਾਂ ਦੇ ਨਾਲ ਮੁਖਤਲਿਫ ਮਾਈਨੋਰਿਟੀਜ਼ ਦੇ ਨਾਲ ਮੈਂ ਜੁਆਇੰਟ ਰਿਹਾ ਤੇ ਮੈਂ ਫਿਰ ਉਹਨਾਂ ਦੇ ਨਾਲ ਪੂਰੀ ਡਿਟੇਲ ਐਥਨੋਗ੍ਰਾਫੀ ਕੀਤੀ। ਤੇ ਜਦੋਂ ਤੁਸੀਂ ਇਹਨਾਂ ਦੀ ਡੇਲੀ ਲਾਈਫ ਦੇ ਬਾਰੇ 'ਚ ਗੱਲ ਕਰਦੇ ਹੋ ਮਾਈਨੋਰਿਟੀਜ਼ ਦੀ, ਤੁਹਾਨੂੰ ਇੱਕ ਅੰਦਾਜ਼ਾ ਹੁੰਦਾ ਹੈ ਕਿ ਉਹਨਾਂ ਦੀ ਵੀ ਜਿਹੜੇ ਐਕਸਪੀਰੀਐਂਸਿਸ ਹਨ ਪਾਕਿਸਤਾਨ 'ਚ, ਉਹ ਵੀ ਕਾਫੀ ਕੰਪਲਿਕੇਟਡ ਹਨ। ਆਫਕੋਰਸ ਆਪਰੇਸ਼ਨ ਹੁੰਦੀ ਹੈ, ਪਰ ਆਪਰੇਸ਼ਨ ਦਾ ਵੀ ਜਿਹੜਾ ਹੈ ਮੁਖਤਲਿਫ ਸਕੇਲਸ ਹੁੰਦੇ ਨੇ। ਹਰ ਕਮਿਊਨਿਟੀ ਜਿਹੜੀ ਹੈ, ਹਰ ਜੀਓਗ੍ਰਾਫੀਕਲ ਏਰੀਆ ਜਾਂ ਹਰ ਕਮਿਊਨਿਟੀ ਆਪਰੈਸ ਨਹੀਂ ਹੁੰਦੀ। ਆਪਰੇਸ਼ਨ ਦੇ ਅੰਦਰ ਕਲਾਸ ਦਾ ਇੱਕ ਬਹੁਤ ਬੜਾ ਫੈਕਟਰ ਹੁੰਦਾ ਹੈ, ਕਾਸਟ ਦਾ ਬੜਾ ਇੰਪੋਰਟੈਂਟ ਫੈਕਟਰ ਹੁੰਦਾ ਹੈ। ਤੇ ਇਸ ਲਈ ਅਸੀਂ ਮਾਈਨੋਰਿਟੀ ਦੀ ਜਦੋਂ ਅਸੀਂ ਮਾਈਨੋਰਿਟੀ ਦੀ ਗੱਲ ਕਰਦੇ ਹਾਂ ਪਾਕਿਸਤਾਨ ਦੇ ਅੰਦਰ, ਤਾਂ ਅਸੀਂ ਉਹਨੂੰ ਵੀ ਇੱਕ ਸਿੰਪਲਿਸਟਿਕ ਇੱਕ ਬ੍ਰੈਕਟ ਦੇ ਅੰਦਰ ਗੱਲ ਨਹੀਂ ਕਰ ਸਕਦੇ। ਮਾਈਨੋਰਿਟੀ ਦੇ ਅੰਦਰ ਵੀ ਡਾਇਵਰਸਿਟੀ ਹੈ, ਕਲਾਸ ਦੀ ਡਾਇਵਰਸਿਟੀ ਹੈ, ਜੈਂਡਰ ਡਾਇਵਰਸਿਟੀ ਹੈ, ਕਾਸਟ ਡਾਇਵਰਸਿਟੀ ਹੈ। ਤੇ ਇਹ ਕਾਫੀ ਕੰਪਲਿਕੇਟਡ ਪਿਕਚਰ ਹੈ। ਤੇ ਉਹ ਮੀਡੀਆ ਜਿਹੜਾ ਹੈ ਉਹ ਡਿਜ਼ਾਈਨ ਨਹੀਂ ਹੈ ਕਿ ਮੀਡੀਆ ਦਾ ਉਹ ਫਰੇਮਵਰਕ ਨਹੀਂ ਹੁੰਦਾ ਕਿ ਉਸ ਕੰਪਲਿਕੇਸ਼ਨ ਦੇ ਨਾਲ ਗੱਲ ਕਰੇ। ਬਿਲਕੁਲ ਠੀਕ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਤਾਂ ਤੁਸੀਂ ਵੀ ਮੈਂ ਇਹਦੇ 'ਚ ਜ਼ਿਕਰ ਕੀਤਾ ਕਿ ਜਿਹੜਾ ਗੁਰੂ ਨਾਨਕ ਨੂੰ ਅਸੀਂ ਸਪਿਰਿਚੁਅਲੀ ਇੱਕ ਦੁਨੀਆ ਦਾ ਜਿਹੜਾ ਪੂਰੀ ਗਲੋਬਲ ਲੀਡਰ ਦੇ ਤੌਰ ਦੇ ਉੱਤੇ ਅਸੀਂ ਮੰਨਦੇ ਹਾਂ। ਤੇ ਪਾਕਿਸਤਾਨ 'ਚ ਕੀ ਸਥਿਤੀ ਹੈ? ਪਾਕਿਸਤਾਨ, ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਜ਼ਿਕਰ ਕੀਤਾ ਕਿ ਮੈਂ ਸਿੱਖ ਹਿਸਟਰੀ ਦੇ ਉੱਪਰ ਜਾਂ ਉਹਦੇ ਉੱਤੇ ਫੋਕਸ ਕਰਕੇ ਤੁਸੀਂ ਗੱਲ ਕੀਤੀ, ਤਾਂ ਕੀ ਪਾਕਿਸਤਾਨ ਦੇ ਵਿੱਚ ਅੱਜ ਵੀ ਜਿਸ ਤਰ੍ਹਾਂ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਇੱਕ ਗਲੋਬਲ ਸਪਿਰਿਚੁਅਲ ਲੀਡਰ ਦੇ ਤੌਰ ਦੇ ਉੱਤੇ ਲਿਆ ਜਾ ਰਿਹਾ? ਕਿਸ ਤਰ੍ਹਾਂ? ਇੱਕ ਮੈਂ ਇਹਦੇ ਨਾਲ ਹੀ ਸਵਾਲ ਜੋੜਨਾ ਚਾਹਾਂਗਾ। ਤੁਸੀਂ ਆਪਣੀ ਕਿਤਾਬ 'ਚ ਇੱਕ ਬਹੁਤ ਅੱਛਾ ਜ਼ਿਕਰ ਕੀਤਾ ਹੈ, ਮੈਂ ਇਹਦੀ ਬੁੱਕ ਪੜ੍ਹੀ ਹੈ, ਤੇ ਉਹਦੇ ਵਿੱਚ ਤੁਸੀਂ ਲਿਖਿਆ ਕਿ ਵੀ ਗੁਰੂ ਨਾਨਕ was never in favor to institutionalize religion। ਆ ਤੁਸੀਂ ਆਪਣੀ ਬੁੱਕ 'ਚ ਹਾਈਲਾਈਟ ਕੀਤਾ ਹੈ। ਉਹ ਸਵਾਲ ਜਿਹੜਾ ਇਹਦੇ ਨਾਲ ਹੀ ਜੁੜਿਆ ਹੋਇਆ ਕਿ ਉਹ ਇੰਸਟੀਟਿਊਸ਼ਨਲਾਈਜੇਸ਼ਨ ਦਾ ਨਾਲ ਜਿਹੜਾ ਹੈ ਉਹ ਲਿਮਿਟਡ ਜਿਹੜੀ ਹੈ, ਉਹ ਲਿਮਿਟਡ ਅਪਰੋਚ ਰਹਿ ਗਈ। ਜਿਹੜੀ ਨਾਨਕ, ਜਦੋਂ ਤੁਸੀਂ ਕਿਹਾ ਗੁਰੂ ਨਾਨਕ ਦੇਵ ਜੀ ਮੇਰੇ ਆਪਣੇ ਹੈ, ਕਿਸੇ ਧਰਮ ਦੇ ਨਹੀਂ ਮੈਂ ਸਟੱਡੀ ਕੀਤੀ ਹੈ, ਤੇ ਉਹ ਇੰਸਟੀਟਿਊਟ ਤੁਹਾਡੇ ਮੁਤਾਬਕ ਜੋ ਤੁਸੀਂ ਲਿਖਿਆ ਬਿਲਕੁਲ ਠੀਕ ਲੈ ਗਈ। ਉਹ ਇੰਸਟੀਟਿਊਸ਼ਨਲਾਈਜ਼ ਨਹੀਂ ਕਰਨਾ ਚਾਹੁੰਦੇ ਸੀ, ਇੰਸਟੀਟਿਊਸ਼ਨਲਾਈਜ਼ ਹੋ ਗਿਆ। ਕਿ ਉਹਦੇ ਨਾਲ ਕੋਈ ਕਮਰਸ਼ੀਅਲਾਈਜੇਸ਼ਨ ਵੀ ਜੁੜ ਗਈ ਜਿਹਦਾ ਨੁਕਸਾਨ ਹੋ ਰਿਹਾ ਹੈ, ਔਰ ਪਾਕਿਸਤਾਨ 'ਚ ਉਹਦਾ
ਕੀ ਇਫੈਕਟ ਹੈ ਜਿਹੜਾ ਸ਼ਾਂਤੀ ਦੂਜੀ ਦਾ ਸਵਾਲ ਨਾਲ ਹੀ ਜੁੜਿਆ, ਦੋਨੋਂ ਕੁਐਸਚਨ ਦਾ ਜੀ, ਜੀ। ਜਾਣਾ ਇਕੱਠਾ ਹੀ ਆਨਸਰ। ਜੀ ਥੈਂਕ ਯੂ ਸਰ, ਬੜਾ ਚੰਗਾ ਕੁਐਸਚਨ ਹੈ। ਤੇ ਪਹਿਲੇ ਜਿਹੜੀ ਹੈ ਥੋੜੀ ਮੈਂ ਗੱਲ ਕਰਦਾ ਹਾਂ ਇੰਸਟੀਟਿਊਸ਼ਨਲਾਈਜੇਸ਼ਨ ਦੀ। ਤੇ ਇੰਸਟੀਟਿਊਸ਼ਨਲਾਈਜੇਸ਼ਨ ਜਿਹੜਾ ਹੈ ਉਹ ਫੋਰਚੂਨੇਟਲੀ ਅਨਫੋਰਚੂਨੇਟਲੀ ਉਹ ਸਾਰੇ ਰਿਲੀਜਨਸ ਦੇ ਨਾਲ ਹੁੰਦਾ ਹੈ। ਉਹ ਆਫ ਕੋਰਸ ਗੁਰੂ ਨਾਨਕ ਦੀ ਜੀ ਜਿਹੜੀ ਉਹਨਾਂ ਨੂੰ ਜਿਹੜਾ ਮੈਂ ਸਮਝਦਾ ਉਹਨਾਂ ਦਾ ਇੱਕ ਉਹ ਰਿਲੀਜੀਅਸ ਆਈਡੈਂਟੀਟੀ ਨੂੰ ਉਹ ਸਮਝਦੇ ਸਨ ਕਿ ਰਿਲੀਜੀਅਸ ਆਈਡੈਂਟੀਟੀ ਜਿਹੜੀ ਹੈ ਉਹ ਕੌਨਫਲਿਕਟ ਪੇਸ਼ ਕਰਦੀ ਹੈ, ਕੌਨਫਲਿਕਟ ਕ੍ਰੀਏਟ ਕਰਦੀ ਹੈ ਸੋਸਾਇਟੀ ਦੇ ਅੰਦਰ। ਤੇ ਗੁਰੂ ਨਾਨਕ ਦੀ ਜਿਹੜੀ ਪੂਰੀ ਮੂਵਮੈਂਟ ਸੀ ਉਹ ਕੌਨਫਲਿਕਟ ਨੂੰ ਖਤਮ ਕਰਨ ਦੀ ਸੀ, ਲੋਕਾਂ ਨੂੰ ਜੋੜਨ ਦੀ ਸੀ। ਤੇ ਇਸ ਵਾਸਤੇ ਉਹਨਾਂ ਦੀ ਜਿਹੜੀ ਮੂਵਮੈਂਟ ਸੀ ਉਹ ਰਿਲੀਜੀਅਸ ਆਈਡੈਂਟੀਟੀਜ਼ ਨੂੰ ਬ੍ਰੇਕ ਕਰਕੇ ਆਪਸ ਵਿੱਚ ਲੋਕਾਂ ਨੂੰ ਇੱਕ ਸਪਿਰਿਚੁਅਲ ਆਈਡੈਂਟੀਟੀ ਦੇ ਨਾਲ ਇੱਕ ਜੋੜਨ, ਉਹਨਾਂ ਦੀ ਪੂਰੀ ਮੂਵਮੈਂਟ ਸੀ। ਅਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਉਹਨਾਂ ਦੇ ਬਾਅਦ ਜਿਹੜੇ ਇੱਕ ਸਿਆਸੀ ਹਾਲਾਤ ਬਣੇ, ਤੁਸੀਂ ਉਸ ਸਿਆਸੀ ਹਾਲਾਤ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜਿਹੜੇ ਬਾਕੀ ਗੁਰੂਆਂ ਦੇ ਨਾਲ ਜਿਹੜਾ ਫਿਰ ਵਾਇਲੈਂਸ ਹੁਆ, ਸਪੈਸ਼ਲੀ ਮੁਗਲ ਹਿਸਟਰੀ ਦੇ ਜਿਹੜਾ ਇੱਕ ਪੂਰਾ ਵਾਇਲੈਂਸ ਦੀ ਪੂਰੀ ਤਾਰੀਖ ਹੈ, ਉਹਦਾ ਇੱਕ ਬਹੁਤ ਵੱਡਾ ਰੋਲ ਹੈ। ਫੋਰ ਐਗਜ਼ਾਮਪਲ ਅਗਰ ਗੁਰੂ ਅਰਜਨ ਦੀ ਜਿਹੜੀ ਹੈ ਐਕਸੀਕਿਊਸ਼ਨ ਹੁੰਦੀ ਹੈ ਐਮਪਰਰ ਜਹਾਂਗੀਰ ਦੇ ਹੱਥੋਂ, ਉਹ ਬਹੁਤ ਵੱਡਾ ਇੱਕ ਜਿਹੜਾ ਹੈ ਇੱਕ ਤਾਰੀਖੀ ਇੱਕ ਜਿਹੜਾ ਹੈ ਇੱਕ ਇਵੈਂਟ ਹੈ। ਉਹਦੇ ਬਾਅਦ ਗੁਰੂ ਹਰਗੋਬਿੰਦ ਦੀ ਪੂਰੀ ਪੀਰੀ ਮੀਰੀ ਦਾ ਇੱਕ ਪੂਰਾ ਸਿਲਸਿਲਾ ਸ਼ੁਰੂ ਹੁੰਦਾ ਹੈ। ਤੇ ਤੁਸੀਂ ਅਗਰ ਇੱਕ ਆਲਟਰਨੇਟਿਵ ਹਿਸਟਰੀ ਦੀ ਗੱਲ ਕਰੋ ਕਿ ਅਗਰ ਗੁਰੂ ਅਰਜਨ ਦੀ ਐਕਸੈਸ਼ਨ ਨਾ ਹੁੰਦੀ ਤੇ ਸ਼ਾਇਦ ਸਿੱਖ ਹਿਸਟਰੀ ਦਾ ਸ਼ਾਇਦ ਇੱਕ ਬਿਲਕੁਲ ਇੱਕ ਸ਼ਾਇਦ ਡਿਫਰੈਂਟ ਤੁਹਾਨੂੰ ਇੱਕ ਵਰਜ਼ਨ ਮਿਲਦਾ, ਇੱਕ ਡਿਫਰੈਂਟ ਜਿਹੜੀ ਹੈ ਇੱਕ ਰੂਪ ਮਿਲਦਾ। ਤੇ ਉਹ ਹਿਸਟਰੀ ਨੂੰ ਤੁਸੀਂ ਫਿਰ ਇਗਨੋਰ ਨਹੀਂ ਕਰ ਸਕਦੇ। ਤੇ ਇੰਸਟੀਟਿਊਸ਼ਨਲਾਈਜੇਸ਼ਨ ਦਾ ਜਿਹੜਾ ਇੱਕ ਫਾਇਦਾ ਹੁੰਦਾ ਹੈ ਉਹ ਇਹ ਵੀ ਹੁੰਦਾ ਹੈ ਕਿ ਇੱਕ ਚੀਜ਼ ਪ੍ਰੀਜ਼ਰਵ ਰਹਿ ਜਾਂਦੀ ਹੈ। ਅਗਰ ਤੁਸੀਂ ਅਗਰ ਸ਼ਾਇਦ ਗੁਰੂ ਨਾਨਕ ਅਗਰ ਇੰਸਟੀਟਿਊਸ਼ਨਲਾਈਜ਼ ਉਹਨਾਂ ਦੀ ਮੂਵਮੈਂਟ ਅਗਰ ਇੰਸਟੀਟਿਊਸ਼ਨਲਾਈਜ਼ ਨਾ ਹੁੰਦੀ ਵਿਦਨ ਦ ਸਿੱਖ ਰਿਲੀਜਨ, ਉਹ ਫਿਰ ਸ਼ਾਇਦ ਉਹ ਮੂਵਮੈਂਟ ਇਤਨੀ ਹੀ ਉਹ ਡਾਇਲੂਟ ਹੋ ਜਾਂਦੀ ਕਿ ਉਹ ਬਿਲਕੁਲ ਅੱਜ ਜਿਹੜੀ ਹੈ ਸ਼ਾਇਦ ਗਾਇਬ ਹੋ ਜਾਂਦੀ। ਤੇ ਇੱਕ ਉਹਦਾ ਵੀ ਇਹ ਤੁਹਾਨੂੰ ਇੱਕ ਫਾਇਦਾ ਹੈ। ਤੇ ਮੈਂ ਇਸ ਤਰ੍ਹਾਂ ਆਫ ਕੋਰਸ ਮੇਰਾ ਕਮੈਂਟ ਇੱਕ ਹੈ ਕਿ ਇੰਸਟੀਟਿਊਸ਼ਨਲਾਈਜੇਸ਼ਨ ਤੇ ਹੋਈ ਹੈ, ਪਰ ਉਹ ਅੱਛੀ ਗੱਲ ਹੈ ਜਾਂ ਬੁਰੀ ਗੱਲ ਹੈ ਉਹਦੇ ਬਾਰੇ 'ਚ ਅਸੀਂ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਬੜਾ ਕੰਪਲੀਕੇਟਿਡ ਇੱਕ ਤਾਰੀਖੀ ਪ੍ਰੋਸੈਸ ਹੈ। ਅੱਜ ਵੀ ਆਫ ਕੋਰਸ ਪਾਕਿਸਤਾਨ ਦੇ ਅੰਦਰ ਤੇ ਆਮ ਸ਼ੋਰ ਇੰਡੀਆ ਦੇ ਅੰਦਰ ਵੀ ਬਹੁਤ ਸੀ ਇਸ ਤਰ੍ਹਾਂ ਹਿੰਦੂ ਕਮਿਊਨਿਟੀਜ਼ ਹਨ ਜਿਹੜੀ ਆਪਣੇ ਆਪ ਨੂੰ ਨਾਨਕਪੰਥੀ ਹਿੰਦੂ ਕਹਿੰਦੇ ਨੇ। ਪਾਰਟੀਸ਼ਨ ਤੋਂ ਪਹਿਲੇ ਮੁਸਲਮਾਨ ਵੀ ਸਨ ਬੜੇ ਜਿਹੜੇ ਆਪਣੇ ਆਪ ਨੂੰ ਨਾਨਕਪੰਥੀ ਮੁਸਲਮਾਨ ਕਹਿੰਦੇ ਸਨ। ਉਹਨਾਂ ਦਾ ਮਕਸਦ ਇਹ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਜੀ ਆਪਣਾ ਇੱਕ ਪੂਰਾ ਇੱਕ ਉਹਨਾਂ ਦੇ ਨਾਲ ਇੱਕ ਐਸੋਸੀਏਸ਼ਨ ਸੀ, ਐਫੀਲੀਏਸ਼ਨ ਸੀ। ਸਿੰਧ ਦੇ ਅੰਦਰ ਬੜੇ ਹਿੰਦੂ ਟੈਂਪਲਸ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਇੱਕ ਉਹਨਾਂ ਦੀ ਇੱਕ ਤਸਵੀਰ ਜਿਹੜੀ ਹੈ ਉਹ ਅਲੋਂਗ ਵਿਦ ਆਲ ਦੀ ਅਦਰ ਹਿੰਦੂ ਡਾਇਟੀਜ਼ ਵੀ ਜਿਹੜੀ ਹੈ ਉਹ ਹੁੰਦੀ ਹੈ। ਤੇ ਨਨਕਾਣਾ ਸਾਹਿਬ 'ਚ ਉਹਨਾਂ ਦਾ ਇੱਕ ਟੂਰ ਹਰ ਸਾਲ ਗੁਰਪੁਰਬ ਦੇ ਮੌਕੇ 'ਚ ਬਹੁਤ ਵੱਡਾ ਇੱਕ ਟੋਲਾ ਆਉਂਦਾ ਹੈ ਸਿੰਧ ਤੋਂ ਤੇ ਬਲੋਚਿਸਤਾਨ ਤੋਂ ਨਾਨਕਪੰਥੀ ਹਿੰਦੂਆਂ ਦਾ ਜਿਹੜੇ ਆਉਂਦੇ ਨੇ। ਤੇ ਉਹ ਕਿਸੇ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਕਿ ਉਹ ਸ਼ਾਇਦ ਇੱਕ ਆਈਡੈਂਟੀਟੀ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ, ਇੱਕ ਡਾਇਲੂਟ ਜਿਹੜੀ ਆਈਡੈਂਟੀਟੀ ਗੁਰੂ ਨਾਨਕ ਦੇਵ ਜੀ ਕ੍ਰੀਏਟ ਕਰਨਾ ਚਾਹ ਰਹੇ ਸਨ ਉਹਨਾਂ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ। ਜਹਾਂ ਤੱਕ ਗੱਲ ਹੈ ਕਿ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦਾ ਕੀ ਪਰਸੈਪਸ਼ਨ ਹੈ, ਮੇਰਾ ਖਿਆਲ ਹੈ ਕਰਤਾਰਪੁਰ ਦੇ ਬਾਅਦ ਕਾਫੀ ਚੀਜ਼ਾਂ ਜਿਹੜੀ ਹਨ ਉਹ ਚੇਂਜ ਹੋਣਾ ਸ਼ੁਰੂ ਹੋਈਆਂ। ਇੱਕ ਜਿਹੜੀ ਗੱਲ ਹੈ ਉਹ ਹੁੰਦੀ ਹੈ ਕਿ ਜਦੋਂ ਸਟੇਟ ਇੱਕ ਨੈਰੇਟਿਵ ਜਾਂ ਇੱਕ ਐਕਸ਼ਨ ਲੈਂਦਾ ਹੈ ਉਹਦਾ ਬੜਾ ਲੌਂਗ ਟਰਮ ਇੰਪੈਕਟ ਹੁੰਦਾ ਹੈ। ਕਿਉਂਕਿ ਪਾਕਿਸਤਾਨੀ ਸਟੇਟ ਬੜਾ ਐਕਟਿਵਲੀ ਇਨਵੋਲਵ ਸੀ ਕਰਤਾਰਪੁਰ ਕੋਰੀਡੋਰ ਤੇ, ਉਹਨਾਂ ਦਾ ਇੰਟਰਸਟ ਸੀ ਕਿ ਕਰਤਾਰਪੁਰ ਕੋਰੀਡੋਰ ਖੁੱਲੇ। ਉਹਦੇ ਬਾਅਦ ਫਿਰ ਲੋਕਾਂ ਦਾ ਵੀ ਇੰਟਰਸਟ ਹੋਣਾ ਸ਼ੁਰੂ ਹੋਇਆ ਕਿ ਕਰਤਾਰਪੁਰ ਹੈ ਕੌਣ, ਕਰਤਾਰਪੁਰ ਹੈ ਕੀ, ਕਰਤਾਰਪੁਰ ਦੀ ਤਾਰੀਖ ਕੀ ਹੈ, ਗੁਰੂ ਨਾਨਕ ਦੇਵ ਜੀ ਕੌਣ ਹੈ। ਆਰਟੀਕਲ ਆਉਣਾ ਸ਼ੁਰੂ ਹੋ ਗਏ। ਪਾਕਿਸਤਾਨੀ ਰੇਡੀਓ 'ਚ ਗੁਰੂ ਨਾਨਕ ਜੀ ਦੇ ਸ਼ਬਦ ਜਿਹੜੇ ਹਨ ਉਹ ਪਹਿਲੀ ਵਾਰ ਉਹਨਾਂ ਦੇ ਬਾਰੇ 'ਚ ਦੱਸਿਆ ਗਿਆ। ਵਰਨੈਕੂਲਰ ਮੀਡੀਆ ਦੇ ਅੰਦਰ, ਉਰਦੂ ਦੇ ਅੰਦਰ ਤੇ ਸਿੰਧੀ ਮੀਡੀਆ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਉੱਤੇ ਆਰਟੀਕਲ ਆਉਣਾ ਸ਼ੁਰੂ ਹੋਏ। ਤੇ ਇਹ ਮੇਰੀ ਲਾਈਫ ਟਾਈਮ ਦੇ ਅੰਦਰ ਵੀ, ਮੇਰੀ ਸ਼ਾਰਟ ਲਾਈਫ ਟਾਈਮ ਦੇ ਅੰਦਰ ਵੀ ਮੈਂ ਪਹਿਲੇ ਨਹੀਂ ਵੇਖਿਆ ਕਿ ਕਿਸੇ ਨਾਨ ਮੁਸਲਿਮ ਸੇਂਟ ਨੂੰ ਇਤਨੀ ਇੱਕ ਕਵਰੇਜ ਮਿਲੀ। ਤੇ ਉਹਦੇ ਬਾਅਦ ਮੇਰਾ ਖਿਆਲ ਹੈ ਕਾਫੀ ਪਰਸੈਪਸ਼ਨ ਜਿਹੜਾ ਹੈ ਉਹ ਐਟਲੀਸਟ ਇਨ ਦ ਐਜੂਕੇਟਿਡ ਸਰਕਲ ਇੱਕ ਪਰਸੈਪਸ਼ਨ ਚੇਂਜ ਹੋਣਾ ਸ਼ੁਰੂ ਹੋਇਆ, ਇੱਕ ਨੌਲੇਜ ਆਉਣਾ ਸ਼ੁਰੂ ਹੋਈ। ਬਾਕੀ ਥੋੜ੍ਹੇ ਬਹੁਤ ਜਿਹੜੇ ਐਲੀਟ ਨੇ ਜਿਨ੍ਹਾਂ ਨੇ ਨਾਨਕ ਦੇਵ ਦੇ ਬਾਰੇ 'ਚ ਪੜ੍ਹਿਆ ਸੀ, ਕਿਤਾਬਾਂ ਪੜ੍ਹੀਆਂ, ਤੇ ਆਫ ਕੋਰਸ ਇਕਬਾਲ ਵੀ ਜ਼ਿਕਰ ਕਰਦਾ ਹੈ ਨਾਨਕ ਦੇਵ ਜੀ ਦਾ, ਬਹੁਤ ਸੇ ਹੋਰ ਵੀ ਮੁਸਲਿਮ ਰਾਈਟਰਸ ਨੇ ਜ਼ਿਕਰ ਕੀਤਾ ਹੈ ਨਾਨਕ ਦੇਵ ਜੀ ਦਾ। ਉਹਨਾਂ ਨੂੰ ਤਾਂ ਨੌਲੇਜ ਹੁੰਦੀ ਹੈ ਪਰ ਆਮ ਪੋਪੂਲਰ ਪਰਸੈਪਸ਼ਨ ਦੇ ਅੰਦਰ ਗੁਰੂ ਨਾਨਕ ਦੇਵ ਜੀ ਇਤਨੀ ਗੱਲ ਨਹੀਂ ਹੁੰਦੀ ਸੀ। ਹੈਵਿੰਗ ਸੈਡ ਦੈਟ ਆਈ ਥਿੰਕ ਅਗਰ ਤੁਸੀਂ ਥੋੜ੍ਹਾ ਜਿਹਾ ਹੋਰ ਥੱਲੇ ਚਲੇ ਜਾਂਦੇ ਹੋ, ਤੁਸੀਂ ਅਗਰ ਵਿਲੇਜ ਲੈਵਲ 'ਤੇ ਚਲੇ ਜਾਂਦੇ ਹੋ, ਜਾਂ ਤੁਸੀਂ ਅਗਰ ਜਿਹਨੂੰ ਮੈਂ ਅਨਐਜੂਕੇਟਿਡ ਸਰਕਲ ਕਹਿੰਦਾ, ਤੇ ਅਨਐਜੂਕੇਟਿਡ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਜ਼ਰਾ ਅਨਐਜੂਕੇਟਿਡ ਨਾਟ ਇਨ ਅ ਬੈਡ ਵੇ, ਕਿਉਂਕਿ ਜਿਹੜਾ ਇੰਡੀਆ ਪਾਕਿਸਤਾਨ ਦਾ ਮਸਲਾ ਹੈ ਕਿ ਸਾਡੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਬੜਾ ਇੱਕ ਪ੍ਰੋਬਲਮੈਟਿਕ ਹੈ, ਬੜਾ ਆਈਡੀਓਲੋਜੀਕਲ ਹੈ, ਕਿਉਂਕਿ ਇੱਕ ਸਰਟਨ ਇੱਕ ਨੈਰੇਟਿਵ ਕੰਸਟਰਕਟ ਕਰਦਾ ਹੈ। ਪਰ ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਸੀ ਕਿ ਜਦੋਂ ਮੈਂ ਪਹਿਲੀ ਵਾਰ ਕਰਤਾਰਪੁਰ ਗਿਆ 2013 'ਚ,
ਉਸ ਟਾਈਮ ਆਫ ਕੋਰਸ ਕੋਈ ਕਰਤਾਰਪੁਰ ਦੀ ਗੱਲ ਨਹੀਂ ਹੋ ਰਹੀ ਸੀ, ਤੇ ਮੈਂ ਉੱਥੇ ਵੇਖਿਆ ਕਿ ਲੋਕਲ ਜਿਹੜੀ ਮੁਸਲਿਮ ਫੈਮਿਲੀ ਹੈ ਉਹ ਆ ਰਹੀ ਹੈ ਤੇ ਮੱਥਾ ਟੇਕ ਰਹੀ ਹੈ ਗੁਰੂ ਨਾਨਕ ਦੇਵ ਜੀ ਦੇ ਕਬਰ ਦੇ ਉੱਤੇ। ਉਸੇ ਤਰ੍ਹਾਂ ਅਗਰ ਮੈਂ ਜਦੋਂ ਸਿਆਲਕੋਟ ਗਿਆ ਤੇ ਫਿਰ ਮੈਂ ਇੱਕ ਹੋਰ 2-3 ਗੁਰਦੁਆਰੇ, ਜਿਹੜਾ ਸੱਚਾ ਖੰਡ ਗੁਰਦੁਆਰਾ ਹੈ ਸੱਚਾ ਸੌਦਾ ਦੇ ਕੋਲ, ਉੱਥੇ ਵੀ ਮੈਂ ਵੇਖਿਆ ਕਿ ਲੋਕਲ ਜਿਹੜੀ ਮੁਸਲਿਮ ਕਮਿਊਨਿਟੀ ਸੀ ਥੋੜ੍ਹੀ ਬਹੁਤ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਦੀ ਸਟੋਰੀ, ਜਿਨ੍ਹਾਂ ਨੇ ਉਹਨਾਂ ਦੀ ਸਟੋਰੀਆਂ ਸੁਣੀਆਂ ਸਨ ਆਪਣੇ ਬਜ਼ੁਰਗਾਂ ਤੋਂ ਤੇ ਆਪਣੇ ਐਂਸੈਸਟਰਸ ਤੋਂ, ਉਹ ਥੋੜ੍ਹੀ ਬਹੁਤ ਇੱਕ ਰਵਾਇਤ, ਥੋੜ੍ਹੀ ਬਹੁਤ ਮੈਂ ਜਿਹੜੀ ਹੈ ਮੈਂ ਫੀਲ ਕੀਤੀ, ਉਹਨੂੰ ਵੇਖਿਆ ਕਿ ਥੋੜ੍ਹੀ ਬਹੁਤ ਉਹ ਟ੍ਰੈਡੀਸ਼ਨ ਜਿਹੜਾ ਹੈ ਉਹ ਮੁਸਲਿਮ ਕਮਿਊਨਿਟੀ ਦੇ ਅੰਦਰ ਅੱਜ ਵੀ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਰਿਸਪੈਕਟ ਕਰਦੀ ਹੈ ਤੇ ਉਹਨੂੰ ਰਿਵਰ ਕਰਦੀ ਹੈ। ਪਰ ਇੱਕ ਬੜਾ ਇੱਕ ਮਾਈਨੋਰਿਟੀ ਸੈਂਟੀਮੈਂਟ ਹੈ। ਹੈਵਿੰਗ ਸੈਡ ਦੈਟ, ਵਨਸ ਅਗੇਨ ਜਿਹੜਾ ਕਨਕਲੂਜਨ ਹੈ ਉਹ ਇਹੀ ਹੈ ਕਿ ਕਰਤਾਰਪੁਰ ਦੇ ਬਾਅਦ ਜਿਹੜਾ ਹੈ ਕਾਫੀ ਇੱਕ ਮੇਰਾ ਖਿਆਲ ਹੈ ਸੈਂਟੀਮੈਂਟ ਚੇਂਜ ਹੋਣਾ ਸ਼ੁਰੂ ਹੋਇਆ ਹੈ ਮੇਨ ਸਟ੍ਰੀਮ ਪਾਕਿਸਤਾਨ 'ਚ। ਕਹਿਣ ਦਾ ਮਤਲਬ ਇਹ ਕਰਤਾਰਪੁਰ ਸਟੈਪ ਹੈਗਾ ਸਾਡਾ ਜੁਆਇੰਟ ਜਿਹੜਾ ਸਟੈਪ ਹੈ, ਔਰ ਇਹਦਾ ਦੇ ਸਟੈਪ ਹੋਰ ਅਸੀਂ ਉਮੀਦ ਕਰਦੇ ਹਾਂ ਕਿ ਆਉਣੇ ਚਾਹੀਦੇ ਨੇ। ਖਾਲਿਦ ਸਾਹਿਬ, ਮੈਂ ਇਹ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਜਦੋਂ ਅਸੀਂ ਫਿਲਾਸਫੀਕਲੀ ਗੁਰੂ ਨਾਨਕ ਨੂੰ ਦੇਖਦੇ ਹਾਂ, ਗੁਰੂ ਨਾਨਕ ਦੇ ਦਰਸ਼ਨ ਨੂੰ ਦੇਖਦੇ ਹਾਂ, ਫਿਰ ਗੁਰੂ ਨਾਨਕ ਨੂੰ ਮਤਲਬ ਇੱਕ ਧਰਮ ਦੇ ਦਾਇਰੇ 'ਚ ਬੰਨ੍ਹਿਆ ਜਾ ਸਕਦਾ ਹੈ? ਸਰ ਬੜਾ ਇੱਕ ਬਹੁਤ ਇੱਕ ਅੱਛਾ ਸਵਾਲ ਹੈ ਤੇ ਆਫ ਕੋਰਸ ਇੱਕ ਬੜਾ ਕੰਪਲਿਕੇਟਡ ਸਵਾਲ ਹੈ। ਆਫ ਕੋਰਸ ਆਈ ਮੀਨ ਆਈ ਥਿੰਕ ਤੁਹਾਨੂੰ ਉਸ ਤੋਂ ਪਹਿਲੇ ਅਸੀਂ ਸਾਨੂੰ ਡਿਫਾਈਨ ਕਰਨਾ ਪਏਗਾ ਕਿ ਧਰਮ ਕੀ ਹੁੰਦਾ ਹੈ, ਧਰਮ ਦੀ ਮਰਿਆਦਾ ਕੀ ਹੈ, ਧਰਮ ਦਾ ਇੱਕ ਟ੍ਰਾਂਸਲੇਸ਼ਨ, ਇੱਕ ਡੈਫੀਨੇਸ਼ਨ ਕੀ ਹੈ। ਆਫ ਕੋਰਸ ਗੁਰੂ ਨਾਨਕ ਦੇਵ ਜੀ ਦੀ ਅਗਰ ਅਸੀਂ ਪੂਰੀ ਮੂਵਮੈਂਟ ਵੇਖੀਏ, ਉਹ ਇੱਕ ਫਿਲੋਸੋਫੀਕਲ ਮੂਵਮੈਂਟ ਹੈ, ਇੱਕ ਐਥੀਕਲ ਮੂਵਮੈਂਟ ਹੈ, ਅੱਛੇ ਐਥਿਕਸ ਲੋਕਾਂ ਨੂੰ ਟੀਚ ਕਰ ਰਹੇ ਨੇ, ਇੱਕ ਸਪਿਰਿਚੁਅਲ ਮੂਵਮੈਂਟ ਵੀ ਹੈ ਤੇ ਇੱਕ ਪੋਲੀਟੀਕਲ ਮੂਵਮੈਂਟ ਵੀ ਹੈ। ਤੁਸੀਂ ਉਹ ਵੀ, ਅਸੀਂ ਆਮ ਤੌਰ 'ਤੇ ਉਹ ਵੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਕਿ ਦੇਖੋ ਜੀ ਗੁਰੂ ਨਾਨਕ ਜਿਹੜੇ ਹੈ ਉਹ ਕਿਸੇ ਹੋਰ ਜ਼ੁਬਾਨ 'ਚ ਨਹੀਂ ਬੋਲਦੇ, ਉਹ ਪੰਜਾਬੀ 'ਚ ਗੱਲ ਕਰਦੇ ਨੇ। ਪੰਜਾਬੀ ਜਿਹੜੀ ਹੈ ਉਹ ਅਲੀਟ ਲੈਂਗੁਏਜ ਨਹੀਂ ਹੈ, ਪੰਜਾਬੀ ਲੈਂਗੁਏਜ ਹੈ ਉਸ ਟਾਈਮ ਦੀ ਮੈਸੇਜ ਦੀ। ਗੁਰੂ ਨਾਨਕ ਜੀ ਨੂੰ ਅਰਬਿਕ ਵੀ ਆਉਂਦੀ ਹੈ, ਉਹਨਾਂ ਨੂੰ ਪਰਸ਼ੀਅਨ ਵੀ ਆਉਂਦੀ ਹੈ, ਉਹਨਾਂ ਨੂੰ ਸੰਸਕ੍ਰਿਤ ਵੀ ਆਉਂਦੀ ਹੈ, ਤੇ ਉਹਨਾਂ ਨੂੰ ਹੋਰ ਵੀ ਲੈਂਗੁਏਜਸ ਆਉਂਦੀਆਂ ਨੇ ਜਿਹੜੀ ਇੱਕ ਐਜੂਕੇਟਿਡ ਅਲੀਟ ਲੈਂਗੁਏਜ ਹੈ ਉਸ ਜ਼ਮਾਨੇ ਦੀ। ਪਰ ਉਹ ਆਪਣੇ ਮੈਸੇਜ ਜਿਹੜਾ ਹੈ ਉਹ ਪੰਜਾਬੀ 'ਚ ਜਿਹੜਾ ਹੈ ਉਹ ਟ੍ਰਾਂਸਲੇਟ ਕਰਦੇ ਨੇ। ਤੇ ਉਹਨਾਂ ਦਾ ਮਕਸਦ ਇਹੀ ਹੈ ਕਿ ਆਪਣੇ ਆਪ ਨੂੰ ਐਸੋਸੀਏਟ ਕਰੀਏ ਮੈਸੇਜ ਦੇ ਨਾਲ, ਲੋਕਾਂ ਦੇ ਨਾਲ। ਉਹ ਇੱਕ ਪੋਲੀਟੀਕਲ ਮੂਵਮੈਂਟ ਹੈ। ਫਿਰ ਉਹਨਾਂ ਦਾ ਜਿਹੜਾ ਇੱਕ ਲਾਲੋ ਦੇ ਨਾਲ ਜਿਹੜਾ ਇੱਕ ਬੜਾ ਮਸ਼ਹੂਰ ਵਾਕਿਆ ਹੈ ਸਿਆਲਕੋਟ ਏਮਨਾਬਾਦ ਦਾ, ਤੇ ਮਲਿਕ ਭਾਗੋ ਦਾ ਇੱਕ ਪੂਰਾ ਮਸ਼ਹੂਰ ਵਾਕਿਆ ਹੈ ਏਮਨਾਬਾਦ 'ਚ। ਉਹ ਬੜਾ ਇੱਕ ਪੋਲੀਟੀਕਲ ਹੈ ਕਿ ਉਹ ਉੱਥੇ ਵੀ ਜਾ ਕੇ ਜਿਹੜਾ ਸਭ ਤੋਂ ਗਰੀਬ ਘਰ ਹੈ ਏਮਨਾਬਾਦ ਦਾ, ਉੱਥੇ ਜਾਂਦੇ ਨੇ, ਤੇ ਜਿਹੜਾ ਸਭ ਤੋਂ ਅਮੀਰ ਜਿਹੜਾ ਮਲਿਕ ਭਾਗੋ ਜਿਹੜਾ ਉੱਥਾ ਦਾ ਮੁਗਲ ਜਿਹੜਾ ਇੱਕ ਗਵਰਨਰ ਹੈ ਉਹ ਮਾਈਂਡ ਕਰਦਾ ਹੈ। ਤੁਸੀਂ ਵੇਖ ਸਕਦੇ ਹੋ ਕਿ ਇੱਕ ਪੋਲੀਟੀਕਲ ਜਿਹੜਾ ਹੈ ਇੱਕ ਉਹਨਾਂ ਦੀ ਐਸੋਸੀਏਸ਼ਨ ਹੈ। ਸਿਮਿਲਰਲੀ ਜਿਹੜਾ ਉਹਨਾਂ ਦਾ ਐਨਕਾਊਂਟਰ ਐਮਪਰਰ ਬਾਬਰ ਦੇ ਨਾਲ ਜਿਹੜਾ ਦੱਸਿਆ ਜਾਂਦਾ ਹੈ ਉਹ ਵੀ ਇੱਕ ਪੋਲੀਟੀਕਲ ਸਟੇਟਮੈਂਟ ਹੈ। ਤੇ ਐਬਸੋਲੂਟਲੀ ਰਾਈਟ ਕਿ ਉਹਨਾਂ ਦੀ ਜਿਹੜੀ ਇੱਕ ਲਾਈਫ ਹੈ ਉਹ ਬਹੁਤ ਇੱਕ ਭਰਪੂਰ ਲਾਈਫ ਹੈ, ਇੱਕ ਬਹੁਤ ਇੱਕ ਕਲਰਫੁਲ ਲਾਈਫ ਹੈ ਜਿਨ੍ਹਾਂ ਦੀ ਇੱਕ, ਤੇ ਉਹਨਾਂ ਦੇ ਜਿਹੜੇ ਮੈਸੇਜ ਨੂੰ ਅਸੀਂ ਪੋਲੀਟੀਕਲੀ ਵੀ ਵੇਖ ਸਕਦੇ ਹਾਂ, ਉਹਨੂੰ ਫਿਲੋਸੋਫਿਕਲੀ ਵੀ ਵੇਖ ਸਕਦੇ ਹਾਂ, ਉਹਨਾਂ ਨੂੰ ਸਪਿਰਿਚੁਅਲੀ ਵੀ ਵੇਖ ਸਕਦੇ ਹਾਂ, ਉਹਨਾਂ ਨੂੰ ਐਥੀਕਲੀ ਵੀ ਵੇਖ ਸਕਦੇ ਹਾਂ। ਤੇ ਜਦੋਂ ਵੀ ਅਸੀਂ ਕਿਸੇ ਵੀ ਮੈਸੇਜ ਨੂੰ, ਅਗਰ ਅਸੀਂ ਉਹਨਾਂ ਦੇ ਮੈਸੇਜ ਨੂੰ ਸਿਰਫ ਅਗਰ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਵੇਖੀਏ ਤਾਂ ਸ਼ਾਇਦ ਅਸੀਂ ਉਹਨਾਂ ਦਾ ਪੋਲੀਟੀਕਲ ਐਂਗਲ ਮਿਸ ਕਰ ਦਾਂਗੇ। ਅਗਰ ਅਸੀਂ ਉਹਨਾਂ ਨੂੰ ਸਿਰਫ ਪੋਲੀਟੀਕਲ ਐਂਗਲ ਨਾਲ ਵੇਖੀਏ ਤਾਂ ਅਸੀਂ ਉਹਨਾਂ ਦੀ ਸਪਿਰਿਚੁਅਲ ਤੇ ਰਿਲੀਜੀਅਸ ਸਾਈਡ ਜਿਹੜੀ ਹੈ ਉਹ ਮਿਸ ਕਰ ਦਾਂਗੇ। ਤੇ ਉਹੀ ਗੱਲ ਹੈ ਕਿ ਸਾਨੂੰ ਉਹਨਾਂ ਨੂੰ ਇੱਕ ਕੰਪਲਿਕੇਟਡ, ਇੱਕ ਭਰਪੂਰ ਫਿਗਰ, ਇੱਕ ਇਹਨਾਂ ਦੀ ਪੂਰੀ ਲਾਈਫ ਨੂੰ ਇੱਕ ਇਕੱਠੇ ਹੋਲਿਸਟਿਕ ਤੌਰ ਤੇ ਵੇਖਣਾ ਪਏਗਾ। ਖਾਲਿਦ ਸਾਹਿਬ, ਇਹ ਜਿਹੜੀ ਤੁਹਾਡੀ ਕਿਤਾਬ ਹੈ ਵਾਕਿੰਗ ਵਿਦ ਨਾਨਕ, ਇਹ ਤੁਸੀਂ ਅੰਗਰੇਜ਼ੀ ਭਾਸ਼ਾ 'ਚ ਜਿਸ ਤਰ੍ਹਾਂ ਆਈ ਹੈ, ਤਾਂ ਅਗਰ ਇਹਨੂੰ ਪੰਜਾਬੀ ਮੈਸੇਜ ਦੇ ਵਿੱਚ ਲਿਜਾਣਾ ਚਾਹੀਏ ਤਾਂ ਇਹਨੂੰ ਟਰਾਂਸਲੇਟ ਕਰਨ ਬਾਰੇ ਤੁਹਾਡੀ ਕੀ ਪਲੈਨਿੰਗ ਹੈ? ਪੰਜਾਬੀ 'ਚ ਅਗਰ ਇਹਨੂੰ ਟਰਾਂਸਲੇਟ ਕੀਤਾ ਜਾਂਦਾ ਹੈ? ਜੀ, ਅਸਲ 'ਚ ਪੰਜਾਬੀ 'ਚ ਬਲਕਿ ਟਰਾਂਸਲੇਟ ਹੋ ਗਈ ਹੈ। ਜੀ ਨਿਊਯਾਰਕ 'ਚ ਇੱਕ ਸ਼ਾਇਰ ਨੇ, ਉਹਨਾਂ ਨੇ ਇਹਨੂੰ ਟਰਾਂਸਲੇਟ ਕੀਤਾ ਹੈ। ਤੇ ਬਲਕਿ ਮੇਰੀ ਇੱਥੇ ਬਲਕਿ ਗੱਲ ਚੱਲ ਹੀ ਰਹੀ ਸੀ ਕਿ ਪੰਜਾਬ 'ਚ ਆਟਮ ਆਰਟ ਪ੍ਰੀਤੀ ਸ਼ੈਲੀ ਜਿਹੜੀ ਹੈ ਉਹ ਰਨ ਕਰਦੀਆਂ ਨੇ ਇੱਕ ਪਬਲਿਸ਼ਿੰਗ ਹਾਊਸ, ਤੇ ਉਹਨਾਂ ਦੇ ਨਾਲ ਮੇਰੀ ਗੱਲ ਚੱਲ ਰਹੀ ਹੈ। ਕੋਵਿਡ ਦੀ ਵਜ੍ਹਾ ਤੋਂ ਥੋੜਾ ਜਿਹਾ ਡਿਲੇ ਹੋ ਗਿਆ, ਵਰਨਾ ਇਸ ਗੁਰਪੁਰਬ 'ਚ ਸਾਡੀ ਕੋਸ਼ਿਸ਼ ਸੀ ਕਿ ਅਸੀਂ ਕਿਤਾਬ ਨੂੰ ਪੰਜਾਬੀ 'ਚ ਟਰਾਂਸਲੇਟ ਕਰੀਏ ਤੇ ਮਾਰਕੀਟ 'ਚ ਕਰੀਏ। ਬਲਕਿ ਕਿਤਾਬ ਤਿਆਰ ਹੈ, ਹੁਣ ਥੋੜਾ ਬਹੁਤ ਮੇਰਾ ਖਿਆਲ ਹੈ ਕੋਵਿਡ ਦੇ ਬਾਅਦ ਹਾਲਾਤ ਥੋੜੇ ਬਿਹਤਰ ਹੋਣਗੇ ਤੇ ਪਲਾਨ ਤੇ ਇਹੀ ਹੈ ਕਿ ਕਿਤਾਬ ਨੂੰ ਅਸੀਂ ਰਿਲੀਜ਼ ਕਰਾਂਗੇ ਪੰਜਾਬੀ 'ਚ। ਬਿਲਕੁਲ, ਇਹ ਕਿਤਾਬ ਜਿਹੜੀ ਵਾਕਿੰਗ ਵਿਦ ਨਾਨਕ ਹੈ, ਇਹਦਾ ਪੰਜਾਬੀ ਵਰਜਨ ਬਹੁਤ ਜਲਦੀ ਆਉਣ ਵਾਲਾ ਹੈ, ਔਰ ਜਿਸ ਤਰ੍ਹਾਂ ਆਏਗਾ ਅਸੀਂ ਆਪਣੇ
ਜਿਹੜੀ ਸਾਡੀ ਬਲੌਗਸ ਹੈ ਔਰ ਜਿਹੜੇ ਸਾਡੇ ਗਰੁੱਪਸ ਆ ਉਹ 'ਚ ਇਨਫੋਰਮੇਸ਼ਨ ਉਹਨਾਂ ਨੂੰ ਦੇਵਾਂਗੇ। ਇੱਕ ਮੈਂ ਹੋਰ ਗੱਲ ਪੁੱਛਣਾ ਚਾਹਾਂਗਾ, ਤੁਸੀਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਪਿਰਿਚੁਅਲ ਗੱਲ ਤਾਂ ਕੀਤੀ ਹੈ, ਲੇਕਿਨ ਤੁਹਾਡੀ ਬੁੱਕ 'ਚ ਜਿਹੜੀ ਮੈਨੂੰ ਸਪੈਸ਼ਲ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਗੁਰੂ ਨਾਨਕ ਵਾਸ ਆਲਸੋ ਕਿ ਉਹਨਾਂ ਨੇ ਇੱਕ ਜਿਹੜੀ ਹੈ ਸੋਸ਼ਲ ਰਿਵੋਲਟ ਵੀ ਸੀਗਾ। ਉਹਨਾਂ ਦਾ ਜਿਹੜਾ ਕੰਪੈਨੀਅਨ ਸੀ ਉਹ ਮਰਦਾਨਾ ਸੀ, ਤੇ ਮਰਦਾਨਾ ਮੁਸਲਿਮ ਤਾਂ ਸੀ ਉਹ ਸੋ ਕਾਲਡ ਫਾਰਵਰਡ ਕਲਾਸ ਨਹੀਂ ਸੀ, ਮਰਾਸੀ ਕਾਸਟ ਦਾ ਸੀਗਾ। ਔਰ ਗੁਰੂ ਨਾਨਕ ਦੇਵ ਜੀ ਨੇ ਉਹਦੇ ਨਾਲ ਆਪਣੀ ਜੋੜੀ ਬਣਾ ਕੇ, ਗੁਰੂ ਨਾਨਕ ਇਜ਼ ਇਨਕੰਪਲੀਟ ਵਿਦਆਊਟ ਮਰਦਾਨਾ, तो ਉਹਦੇ ਨਾਲ ਉਹਨਾਂ ਨੇ ਆਪਣਾ ਕੰਪੈਨੀਅਨ ਬਣਾਇਆ, ਉਹਨੂੰ ਫਸਟ ਸਿਖਾਇਆ ਔਰ ਆਪਣੀ ਸਿਸਟਰ ਦੇ ਘਰ ਉਹ 13 ਸਾਲ ਰਹੇ। ਤੁਸੀਂ ਲਿਖਿਆ ਆਮ ਤੌਰ ਤੇ ਸੋਸ਼ਲ ਨੋਰਮਸ ਉਦੋਂ ਨਹੀਂ ਸੀਗੇ, ਸਿਸਟਰ ਦੇ ਘਰ ਲੋਕ ਰਹਿੰਦੇ ਨਹੀਂ ਸੀ ਔਰ ਸੋ ਕਾਲਡ ਜਿਹੜੇ ਬੈਕਵਰਡ ਕਲਾਸ ਸੀ ਉਹਨਾਂ ਨੂੰ ਕੰਪੈਨੀਅਨ ਨਹੀਂ ਬਣਾਉਂਦਾ ਸੀ। ਤੁਸੀਂ ਉਹਨਾਂ ਨੂੰ ਸੋਸ਼ਲਿਸਟਿਕ ਵੀ ਦਿਖਾਇਆ ਹੈ, ਤੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਜੀ ਬਿਲਕੁਲ ਸਰ, ਉਹੀ ਗੱਲ ਹੈ ਕਿ ਇੱਕ ਪੋਲੀਟੀਕਲ ਰੈਵੋਲੂਸ਼ਨ ਹੈ। ਗੁਰੂ ਨਾਨਕ ਦੇਵ ਜੀ ਇੱਕ ਸੋਸ਼ਲ ਰੈਵੋਲੂਸ਼ਨ ਤੇ ਹੈ ਹੀ ਹੈ, ਇੱਕ ਫਿਲੋਸੋਫੀਕਲ ਰੈਵੋਲੂਸ਼ਨ ਤੇ ਹੈ ਹੀ ਹੈ, ਇੱਕ ਪੋਲੀਟੀਕਲ ਸੋਸ਼ਲ ਰੈਵੋਲੂਸ਼ਨ ਵੀ ਹੈ ਕਿ ਮਰਦਾਨਾ ਦੇ ਨਾਲ ਉਹਨਾਂ ਦੀ ਦੋਸਤੀ ਹੁੰਦੀ ਹੈ। ਮਰਦਾਨਾ ਜਿਹੜਾ ਹੈ ਇੱਕ ਮਰਾਸੀ ਹੈ, ਮੁਸਲਿਮ ਮਰਾਸੀ ਹੈ, ਇੱਕ ਬਿਲਕੁਲ ਲੋਅਰ ਕਾਸਟ ਦਾ ਹੈ, ਤੇ ਉਹ ਆਮ ਸ਼ੋਰ ਤੇ ਉਸ ਟਾਈਮ 'ਚ ਕਾਫੀ ਇਹਦੇ ਬਾਰੇ 'ਚ ਜਿਹੜਾ ਹੈ ਉਹ ਲੋਕਾਂ ਦੀ ਓਪੀਨੀਅਨਸ ਹੋਣਗੀਆਂ, ਪਰ ਉਹ ਗੁਰੂ ਨਾਨਕ ਦੇਵ ਜੀ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੂੰ ਰਿਜੈਕਟ ਕਰਦੇ ਨੇ। ਤੁਸੀਂ ਇਹ ਵੀ ਵੇਖੋ, ਬੜੀ ਇੰਪੋਰਟੈਂਟ ਗੱਲ ਹੈ ਕਿ ਭਾਈ ਮਰਦਾਨਾ ਜਿਹੜਾ ਹੈ ਉਹ ਕਨਵਰਟ ਨਹੀਂ ਹੁੰਦਾ। ਭਾਈ ਮਰਦਾਨਾ ਜਿਹੜਾ ਹੈ ਉਹ ਮੁਸਲਮਾਨ ਹੀ ਰਹਿੰਦਾ ਹੈ, ਪਰ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਵੀ ਹੈ। ਤੇ ਇਹ ਬੜਾ ਇੱਕ ਰਿਪਰੈਜ਼ੈਂਟ ਕਰਦਾ ਹੈ ਕਿ ਡਿਊਅਲ ਜਿਹੜੀ ਇੱਕ ਜਿਹੜੀ ਡਿਊਅਲ ਜਾਂ ਇੱਕ ਫਲੂਇਡ ਆਈਡੈਂਟੀਟੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਜਿਹੜਾ ਪ੍ਰਮੋਟ ਕਰ ਰਹੇ ਸਨ। ਮਰਦਾਨਾ ਜਿਹੜਾ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਕਿ ਉਹ ਸਿੱਖ ਵੀ ਹੈ ਤੇ ਉਹ ਮੁਸਲਮਾਨ ਵੀ ਹੈ। ਉਸੇ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਆਪਣੀ ਸਿਸਟਰ ਦੇ ਘਰ ਰਹਿੰਦੇ ਨੇ, ਉਹ ਅੱਜ ਵੀ ਇੱਕ ਬਹੁਤ ਵੱਡਾ ਟੈਬੂ ਹੈ ਪੰਜਾਬ ਦੇ ਅੰਦਰ। ਤੁਸੀਂ ਅਗਰ ਅੱਜ ਤੋਂ 500 ਸਾਲ ਪਹਿਲੇ ਇਮੈਜਿਨ ਕਰੋ ਤੇ ਜ਼ਾਹਿਰ ਜੀ ਗੱਲ ਹੈ ਬਹੁਤ ਵੱਡਾ ਇੱਕ ਟੈਬੂ ਹੋਏਗਾ, ਪਰ ਨਾਨਕ ਦੇਵ ਜੀ ਉਹ ਵੀ ਕਰਦੇ ਨੇ ਇੱਕ ਸੋਸ਼ਲ ਜਿਹੜਾ ਇੱਕ ਨੋਰਮ ਹੈ ਉਹਨੂੰ ਬ੍ਰੇਕ ਕਰ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਮੈਨੂੰ ਐਸਾ ਲੱਗਦਾ ਕਿ ਨਵਜੋਤ ਜੀ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਹੈ, ਜਿਸ ਕਿਸਮ ਦਾ ਲਹਿੰਦੇ ਦੇ ਚੜ੍ਹਦੇ ਪੰਜਾਬ ਨੇ, ਇਸ ਗੱਲ ਦੇ ਉੱਤੇ ਅਸੀਂ ਹਮੇਸ਼ਾ ਤੋਂ ਮੰਨਦੇ ਆਏ ਕਿ ਗੁਰੂ ਨਾਨਕ ਸਾਹਿਬ ਨੇ ਦੋਵੇਂ ਜਿਹੜੇ ਬੇਸ਼ੱਕ ਸਾਨੂੰ ਵੰਡ ਦਾ ਸਾਹਮਣਾ ਕਰਨਾ ਪਿਆ, ਅਸੀਂ ਦੋ ਦੇਸ਼ ਹੋ ਗਏ ਹਾਂ, ਪਰ ਇਸ ਕਲਚਰ ਨਾਲ ਅਸੀਂ ਇੱਕ ਹਾਂ। ਔਰ ਹਰੂਨ ਖਾਲਦ ਸਾਹਿਬ, ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਗੱਲ ਨੂੰ ਫਿਰ ਤੋਂ ਅੱਗੇ ਵਧਾਇਆ। ਔਰ ਅੱਜ ਦੇ ਪੋਲੀਟੀਕਲ ਮਾਹੌਲ ਦੇ ਵਿੱਚ ਜਦੋਂ ਸਾਡੇ ਦੋਵੇਂ ਮੁਲਕਾਂ ਨੇ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਜਿਹੜਾ ਕਰਤਾਰਪੁਰ ਕੋਰੀਡੋਰ ਖੋਲ੍ਹ ਕੇ ਇੱਕ ਆਸ ਜਗਾਈ ਹੈ ਕਿ ਦੋਵੇਂ ਦੇਸ਼ ਜਿਹੜੇ ਹੈ ਕਲਚਰਲੀ ਫਿਰ ਫਿਲਾਸਫੀਕਲੀ ਅਸੀਂ ਇਕੱਠੇ ਹੋ ਸਕੀਏ। ਸੋ ਤੁਸੀਂ ਇਸ ਗੱਲ ਨੂੰ ਅੱਗੇ ਵਧਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ, ਤਦ ਤੱਕ ਸ਼ੁਕਰੀਆ, ਮਿਹਰਬਾਨੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ।